ਸਾਡੇ ਪਿੰਡ ਵਿੱਚ ਜਿਹੜਾ ਹੈ ਬਿਲਕੁਲ ਰੇਨ ਫੈਡ ਏਰੀਆ ਹੈ, ਬਿਲਕੁਲ ਪਾਣੀ ਦੀ ਬੜੀ ਕਮੀ ਹੈ। ਆਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀਆਂ ਜਿਹੜੇ ਬੰਦੇ ਸੀਗੇ ਉਹੀ ਕਮਾਉਂਦੇ ਸੀਗੇ, ਲੇਡੀਜ਼ ਘਰਾਂ 'ਚ ਵਿਹਲੀਆਂ ਬੈਠਦੀਆਂ ਸੀਗੀਆਂ। ਹਾਂਜੀ, ਸਾਡੀਆਂ ਸਰ 65 ਆਈਟਮ ਹੈਗੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਹਾਂ, ਜਿਹੜੇ ਕਿ ਬਿਲਕੁਲ ਹੀ ਨੈਚੁਰਲ ਹੈਗੀਆਂ, ਜਿਹਦੇ ਵਿੱਚ ਹੈਗੇ ਅਚਾਰ, ਮੁਰੱਬੇ, ਜੂਸ, ਚਟਨੀਆਂ, ਸਕੈਸ਼, ਆਮਲਾ ਕੈਂਡੀ, ਤ੍ਰਿਫਲਾ ਪਾਊਡਰ, ਆਮਚੂਰ, ਸਕੈਸ਼ਿਜ਼। ਹਾਂਜੀ, ਭਾਵੁਕ ਹੋ ਰਹੇ ਹੋ, ਕੀ ਗੱਲ ਹੈ? ਕੋਈ ਕਹਾਣੀ ਹੈ ਇਹਦੇ ਪਿੱਛੇ ਵੀ ਤੁਹਾਨੂੰ ਖੁਦ ਮਿਹਨਤ ਕਰਨੀ ਪਈ? ਅੱਜ ਇਸ ਦੁਨੀਆ 'ਚ ਨਹੀਂ। ਤੇ ਸੀਐਮ ਸਾਹਿਬ ਆਏ, ਉਹਨਾਂ ਨੇ ਸਾਨੂੰ ਜੀ 77 ਲੱਖ ਦਾ ਚੈੱਕ ਦਿੱਤਾ। ਇੱਕ ਸਰ ਸਾਡੇ ਸੈਂਪਲ ਗਏ ਸੀਗੇ ਇਜ਼ਰਾਈਲ, ਉਹ ਵੀ ਪਾਸ ਹੋ ਗਏ ਹੈ। ਅਸੀਂ ਹੁਣ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਜਿਹੜਾ ਅਪਲਾਈ ਕੀਤਾ ਹੋਇਆ। ਅਸੀਂ 20 ਰੁਪਏ ਤੋਂ ਸ਼ੁਰੂ ਕੀਤਾ ਸੀਗਾ, ਸਾਡੀ 30 ਲੱਖ ਤੋਂ ਉੱਪਰ ਹੈ ਜੀ ਟਰਨਓਵਰ ਇਸ ਵੇਲੇ ਸਾਲਾਨਾ ਜੀ। ਸਰ ਮੈਂ ਤੁਹਾਨੂੰ ਇੱਕ ਐਲੋਵੇਰਾ ਜੂਸ ਜਾਂ ਕਰੇਲੇ ਦਾ ਜੂਸ ਦਿਖਾਣਾ ਚਾਹੁੰਦੀ ਹਾਂ। ਲੋਕੀ ਕਹਿੰਦੇ ਆ ਨਾ, ਜੇ ਆਪਾਂ ਮਾਰਕੀਟ 'ਚ ਜੂਸ ਲੈਂਦੇ ਆ ਉਹਦੀ ਸੈਂਸ ਦੀ ਪਹਿਚਾਣ ਹੁੰਦੀ ਹੈ, ਸੈਂਸ ਕਦੇ ਬੈਠਦਾ ਨਹੀਂ ਹੈ। ਆਹ ਦੇਖੋ ਜੀ, ਦਾ ਪਲਪ ਨੀਚੇ ਬੈਠਿਆ ਹੋਇਆ ਹੈ, ਇੱਥੋਂ ਪੂਰੀ ਪਹਿਚਾਣ ਹੈ ਜੀ ਇਹਦੀ ਕਿ ਇਹ ਬਿਲਕੁਲ ਜਿਸ ਚੀਜ਼ ਦਾ ਪਲਪ ਨੀਚੇ ਬੈਠੂਗਾ, ਪਲਪ ਹਮੇਸ਼ਾ ਹੀ ਨੀਚੇ ਬੈਠਦਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਇਹਨਾਂ ਮਹਿਲਾਵਾਂ ਦਾ ਇੱਕ ਵਾਰ ਇੰਟਰਵਿਊ ਵੀ ਦੇਖ ਲਓ ਔਰ ਇਹਨਾਂ ਦਾ ਇਹ ਬਿਜ਼ਨਸ ਵੀ ਦੇਖ ਲਿਓ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। ਨਾਰੀ ਸ਼ਕਤੀ ਇੱਕ ਅਜਿਹੀ ਸ਼ਕਤੀ ਹੈ ਕਿ ਜਦੋਂ ਇਹ ਇਕੱਠੀ ਹੋ ਜਾਂਦੀ ਹੈ ਤਾਂ ਆਪਣੀ ਕਾਮਯਾਬੀ ਦੇ ਰਾਹ ਇਹ ਖੁਦ ਅਖਤਿਆਰ ਕਰਦੀ ਹੈ। ਇਸਨੇ ਨਾ ਸਿਰਫ ਇੰਜੀਨੀਅਰਿੰਗ ਦੇ ਵਿੱਚ ਮੱਲਾਂ ਮਾਰੀਆਂ ਨੇ, ਜਹਾਜ਼ ਤੱਕ ਬਣਾ ਦਿੱਤੇ ਨੇ, ਚਲਾਏ ਵੀ ਨੇ, ਸਪੇਸ ਤੱਕ ਵੀ ਪਹੁੰਚੀਆਂ। ਤੇ ਅੱਜ ਜਿਨ੍ਹਾਂ ਮਹਿਲਾਵਾਂ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਉਹ ਪੰਜਾਬ ਦੇ ਇੱਕ ਬੇਹੱਦ ਛੋਟੇ ਜਿਹੇ ਪਿੰਡ, ਕੰਢੀ ਇਲਾਕੇ ਦਾ ਉਹ ਪਿੰਡ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਕਦਮਾਂ ਦੇ ਵਿੱਚ ਵਸਿਆ ਹੋਇਆ ਰਾਮਗੜ੍ਹ ਸਿਕਰੀ ਪਿੰਡ ਹੈ। ਉੱਥੋਂ ਦੀਆਂ ਕੁਝ ਮਹਿਲਾਵਾਂ ਨੇ ਜਿਨ੍ਹਾਂ ਦੇ ਵੱਲੋਂ ਇੱਕ ਬਿਜ਼ਨਸ ਸ਼ੁਰੂ ਕੀਤਾ ਗਿਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ। ਉਹ ਬਿਜ਼ਨਸ 20 ਰੁਪਏ ਤੋਂ ਸ਼ੁਰੂ ਕੀਤਾ ਸੀਗਾ ਔਰ ਮਹਿਜ਼ 10 ਮੈਂਬਰ ਦਾ ਇੱਕ ਟੀਮ ਬਣਾਈ ਸੀ, ਇੱਕ ਸੁਸਾਇਟੀ ਬਣਾਈ ਸੀਗੀ। ਔਰ ਉਸ ਬਿਜ਼ਨਸ ਦੇ ਵਿੱਚ ਕਈ ਪ੍ਰਕਾਰ ਦੇ ਹੱਥੀਂ ਬਣੇ ਅਚਾਰ, ਮੁਰੱਬੇ, ਫਲਾਂ ਦੇ ਜੂਸ ਜੋ ਬਿਲਕੁਲ ਫਰੈਸ਼ ਔਰ ਜਿਹੜਾ ਮੈਡੀਕਲੀ ਵੀ ਤੁਹਾਡੇ ਸਰੀਰ ਨੂੰ ਫਾਇਦਾ ਦਿੰਦੇ ਨੇ, ਅਜਿਹਾ ਇੱਕ ਬਿਜ਼ਨਸ ਸ਼ੁਰੂ ਕੀਤਾ। ਔਰ ਬਿਜ਼ਨਸ ਇੰਨਾ ਕਾਮਯਾਬ ਹੋਇਆ ਕਿ ਅੱਜ ਇਸ ਸੁਸਾਇਟੀ ਦੇ ਨਾਲ ਉਹ 10 ਮਹਿਲਾਵਾਂ ਦਾ ਸਾਥ ਦੇਣ ਦੇ ਲਈ ਕਈ ਪਿੰਡਾਂ ਦੀਆਂ ਲਗਭਗ 350 ਮਹਿਲਾਵਾਂ ਮੈਂਬਰ ਬਣ ਗਈਆਂ ਔਰ ਨਾਲ ਜੁੜ ਗਈਆਂ। ਔਰ ਵੱਡੀ ਗੱਲ ਹੈ ਕਿ ਇਸ ਸੁਸਾਇਟੀ ਦੇ ਵੱਲੋਂ ਤਿਆਰ ਕੀਤੇ ਸਮਾਨ ਦੀ ਜਿਹੜਾ ਇਹ ਫੂਡ ਹੈ ਉਸ ਨੂੰ ਤਿਆਰ ਕੀਤਾ ਤਾਂ ਜਦੋਂ ਨੈਸ਼ਨਲ ਪੱਧਰ ਦੇ ਉੱਤੇ ਇਸ ਦੀ ਕੁਆਲਿਟੀ ਚੈੱਕ ਕੀਤੀ ਗਈ ਤਾਂ ਇਸ ਸੁਸਾਇਟੀ ਨੂੰ ਨੈਸ਼ਨਲ ਅਵਾਰਡ ਦੇ ਨਾਲ ਲਗਭਗ 1.5 ਕਰੋੜ ਰੁਪਇਆ ਨਗਦ ਇਨਾਮੀ ਰਾਸ਼ੀ ਮਿਲੀ। ਸਾਡੇ ਨਾਲ ਇਸ ਸੁਸਾਇਟੀ ਦੇ ਮੈਂਬਰ ਔਰ ਪ੍ਰਧਾਨ ਸਾਹਿਬ ਵੀ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਮ ਪਹਿਲਾਂ ਤਾਂ ਜੀ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਜੀ। ਨਮਸਕਾਰ ਸਰ। ਪ੍ਰਧਾਨ ਜੀ ਵੀ ਨਾਲ ਨੇ, ਮੈਂ ਇੱਕ ਵਾਰੀ ਚਾਹੂੰਗਾ ਥੋੜੀ ਇੰਟਰੋਡਕਸ਼ਨ ਦੇ ਦਿਓ। ਭੈਣ ਜੀ ਤੁਹਾਡਾ ਕੀ ਨਾਮ ਜੀ? ਬੀਨਾ ਸ਼ਰਮਾ ਜੀ। ਤੁਹਾਡਾ ਜੀ? ਰੇਨੂ। ਕਦੋਂ ਇਹ ਸ਼ੁਰੂ ਕੀਤਾ ਸੀ? ਪਹਿਲਾਂ ਤਾਂ ਸਲਾਮ ਹੈ ਜੀ ਤੁਹਾਡੀ ਇਸ ਪੂਰੀ ਟੀਮ ਨੂੰ ਜਿਹੜੀਆਂ ਸਾਡੀਆਂ ਭੈਣਾਂ ਹੱਥੀਂ ਕਿਰਤ ਕਰ ਰਹੀਆਂ ਨੇ, ਕਮਾਈ ਕਰ ਰਹੀਆਂ ਨੇ, ਆਪਣੇ ਪੈਰਾਂ ਦੇ ਉੱਤੇ ਸਟੈਂਡ ਨੇ, ਕਿਸੇ ਦੇ ਹੱਥਾਂ ਵੱਲ ਨਹੀਂ ਦੇਖਣਾ ਪੈਂਦਾ, ਵੱਡੀ ਗੱਲ ਹੈ। ਔਰ ਮੈਂ ਜਿਵੇਂ ਕਿਹਾ ਵੀ 1.5 ਕਰੋੜ ਰੁਪਏ ਦਾ ਇਨਾਮ ਵੀ ਜਿੱਤਿਆ, ਨੈਸ਼ਨਲ ਅਵਾਰਡ ਵੀ ਜਿੱਤਿਆ। ਸ਼ੁਰੂਆਤ ਕਿਵੇਂ ਹੋਈ ਸੀਗੀ? ਸਰ ਸ਼ੁਰੂਆਤ ਹੋਈ ਸੀਗੀ 2003 'ਚ। ਐਕਚੁਅਲੀ ਅਸੀਂ ਟੋਟਲੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਸ਼ੁਰੂਆਤ ਕੀਤੀ ਸੀਗੀ ਇਹਨਾਂ ਨੇ। ਸਾਡੇ ਪਿੰਡ ਵਿੱਚ ਜਿਹੜਾ ਹੈ ਬਿਲਕੁਲ ਰੇਨ ਫੈਡ ਏਰੀਆ ਹੈ, ਇੱਥੇ ਐਗਰੀਕਲਚਰ ਲੈਂਡ ਨਹੀਂ ਹੈ ਔਰ ਬਿਲਕੁਲ ਪਾਣੀ ਦੀ ਬੜੀ ਕਮੀ ਹੈ। ਆਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀਆਂ ਜਿਹੜੇ ਬੰਦੇ ਸੀਗੇ ਉਹੀ ਕਮਾਉਂਦੇ ਸੀਗੇ, ਲੇਡੀਜ਼ ਘਰਾਂ 'ਚ ਵਿਹਲੀਆਂ ਬੈਠਦੀਆਂ ਸੀਗੀਆਂ। ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਅਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ, ਜਿਸ ਕਰਕੇ ਅਸੀਂ ਆਹ ਸੋਚਦੇ ਸੀਗੇ ਕਿ ਇੱਕ ਜਿਹੜੀ ਮਹਿਲਾ ਆ ਉਹ ਘਰ ਚਲਾ ਸਕਦੀ ਹੈ ਤੇ ਉਹ ਪੂਰੇ ਵਰਲਡ ਨੂੰ ਵੀ ਮੈਨੇਜ ਕਰ ਸਕਦੀ ਹੈ, ਕਿਉਂਕਿ ਘਰ 'ਚ ਹੀ ਇੱਕ ਪੂਰਾ ਸੰਸਾਰ ਹੈ ਤੇ ਸੰਸਾਰ ਮੈਨੇਜ ਕਰਨ ਨੂੰ ਕੋਈ ਵੱਡੀ ਗੱਲ ਨਹੀਂ ਹੈ। ਆਹ ਸਾਰਾ ਦੇਖਦੇ ਹੋਏ ਫਿਰ ਅਸੀਂ ਆਹ ਕੰਮ ਸ਼ੁਰੂ ਕੀਤਾ। 20 ਰੁਪਏ ਇਕੱਠੇ ਕਰਨੇ ਸ਼ੁਰੂ ਕੀਤੇ। 20 ਰੁਪਏ ਇਕੱਠੇ ਸ਼ੁਰੂ ਕਰਕੇ ਤੇ ਅਸੀਂ ਆਹ ਅਚਾਰ, ਮੁਰੱਬੇ, ਜੂਸ, ਚਟਨੀਆਂ ਤੇ ਜਿਹੜਾ ਸਾਡਾ ਇੱਥੋਂ ਦਾ ਨੈਚੁਰਲ ਫਰੂਟ ਸੀਗਾ ਉਹਨੂੰ ਪ੍ਰੋਸੈਸ ਕੀਤਾ। ਸਾਨੂੰ ਆਹ ਸੀਗਾ ਕਿ ਅਸੀਂ ਜਿਹੜੀ ਲੋਕਾਂ ਨੂੰ ਚੀਜ਼ ਦੇਣੀ ਹੈ ਵਧੀਆ ਔਰ ਹੈਲਦੀ ਦੇਈਏ। ਜੋ ਅੱਜ ਕੱਲ੍ਹ ਦਾ ਜ਼ਮਾਨਾ ਜੋ ਜਿੱਦਾਂ ਦੀ ਪਬਲਿਕ ਸੀਗੀ ਕਿ ਫਾਸਟ ਫੂਡ ਵਗੈਰਾ ਲੋਕੀ ਜ਼ਿਆਦਾ ਵੈਸਟਰਨ ਕਲਚਰ ਨੂੰ ਅਪਣਾ ਰਹੇ ਨੇ, ਉਹਦੇ ਨਾਲ ਕੀ ਹੈ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਪਿਛੜਦਾ ਜਾ ਰਿਹਾ। ਕਿ ਦੇਖੋ ਸਾਡੇ ਜਿਹੜਾ ਇੰਡੀਆ ਦੀ ਸੱਭਿਅਤਾ, ਅਚਾਰ ਬਣਾਉਣੇ, ਮੁਰੱਬੇ ਬਣਾਉਣੇ ਔਰ ਪੁਰਾਣਾ ਜੋ ਟਰਡੀਸ਼ਨ ਹੈ ਅਸੀਂ ਉਹਨੂੰ ਸਾਰੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀਗੇ। ਆਹ ਸਾਰਾ ਕੁਛ
ਕਰਦੇ ਹੋਏ ਅਸੀਂ ਆਹ ਕੰਮ ਸ਼ੁਰੂ ਕੀਤਾ ਜੀ। ਪ੍ਰਧਾਨ ਸਾਹਿਬ ਤੋਂ ਵੀ ਜਾਣਨਾ ਚਾਹਾਂਗਾ। ਪ੍ਰਧਾਨ ਸਾਹਿਬ, ਆਈਡੀਆ ਤਾਂ ਚਲੋ ਸਾਡੀਆਂ ਮਾਵਾਂ ਘਰਾਂ ਦੇ ਵਿੱਚ ਅਚਾਰ ਤਾਂ ਪਾਉਂਦੀਆਂ ਨੇ ਖਾਣ ਜੋਗਾ, 2-4-6 ਮਹੀਨੇ ਦੇ ਲਈ ਤਿਆਰ ਕਰ ਲੈਂਦੀਆਂ, ਪਰ ਅਚਾਰ ਨੂੰ ਹੀ, ਮੁਰੱਬਿਆਂ ਨੂੰ ਹੀ ਐਡਾ ਵੱਡਾ ਬਿਜ਼ਨਸ ਬਣਾ ਦੇਣਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ, ਤੁਹਾਡੇ ਮਾਈਂਡ 'ਚ ਕਿੱਦਾਂ ਇਹ ਸੋਚ ਆਈ ਸੀਗੀ? ਸਰ ਅਸੀਂ ਇਹ ਜਿਹੜਾ ਕੰਮ ਅਸੀਂ 2003 ਚ ਸ਼ੁਰੂ ਕੀਤਾ ਸੀ, ਸਾਡੀ ਲੇਡੀਜ਼ ਦੀ ਸੋਚ ਇਹ ਸੀ ਕਿ ਜਿਹੜੀਆਂ ਗਰੀਬ ਔਰਤਾਂ ਉਹਨਾਂ ਨੂੰ ਘਰ ਵਿੱਚ ਕਈ ਤੰਗੀਆਂ ਆਉਂਦੀਆਂ ਨੇ ਤੇ ਉਹਨਾਂ ਨੂੰ ਵਾਸਤੇ ਜਿਹੜਾ ਰੁਜ਼ਗਾਰ ਹੈ ਅਸੀਂ ਸ਼ੁਰੂ ਕਰੀਏ। ਤੇ ਇਸ ਕਰਕੇ ਅਸੀਂ ਮੀਟਿੰਗ ਕੀਤੀ, ਲੇਡੀਜ਼ ਇਕੱਠੀਆਂ ਕੀਤੀਆਂ ਪਿੰਡ ਦੀਆਂ, ਤੇ ਇਹ ਜਿਹੜੀ ਅਸੀਂ ਉਹਦੇ ਵਿੱਚ ਆਪਣਾ ਮਤੇ ਪਾਏ ਆ ਤੇ ਜਿਹੜੀਆਂ ਗਰੀਬ ਔਰਤਾਂ ਨੂੰ ਉਹਨਾਂ ਨੂੰ ਰੁਜ਼ਗਾਰ ਦਿੱਤਾ। ਫਿਰ ਸਾਰਿਆਂ ਨੂੰ ਰੁਜ਼ਗਾਰ ਵੀ ਮਿਲ ਗਿਆ, ਹੱਥ ਵੀ ਜਿਹੜਾ ਤੰਗੀ 'ਚ ਰਹਿੰਦਾ ਸੀ ਉਹ ਵੀ ਖੁੱਲ ਗਿਆ। ਹਾਂਜੀ, ਔਰ ਅਸੀਂ ਇਹਦੇ ਵਿੱਚ ਅਚਾਰ, ਮੁਰੱਬੇ, ਚਟਨੀਆਂ, ਜੂਸ, ਹਰ ਪ੍ਰਕਾਰ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਤਿਆਰ ਕਰਦੇ ਹਾਂ, ਇਹ ਚੀਜ਼ਾਂ ਸਾਡੇ ਪੰਜਾਬ ਵਿੱਚ ਹਰ ਇੱਕ ਜਗ੍ਹਾ ਜਾਂਦੀਆਂ। ਇਹ ਜਿਹੜਾ ਕੰਮ ਹੈ ਸਾਰੀਆਂ ਲੇਡੀਜ਼ ਹੀ ਕਰਦੀਆਂ ਨੇ, ਗਰੀਬ ਘਰਾਂ ਦੀਆਂ ਵਿਡੋ ਲੇਡੀਜ਼ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਹੁੰਦਾ। ਇਹ ਕੰਮ ਇਸ ਕਰਕੇ ਹੀ ਖੋਲ੍ਹਿਆ ਸੀ ਕਿ ਉਹਨਾਂ ਨੂੰ ਆਸਰਾ ਦਿੱਤਾ ਜਾਵੇ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਚੰਗੀ ਤਰ੍ਹਾਂ ਨਾਲ ਔਰਤਾਂ ਕਰ ਸਕਣ। ਆਪਾਂ ਗੱਲਬਾਤ ਤੁਹਾਡੇ ਨਾਲ ਵੀ ਕਰਦੇ ਹਾਂ। ਜਦੋਂ ਇਹ ਮਿਲੇ, ਦੱਸ ਰਹੇ ਨੇ, ਕਹਿੰਦੇ ਮੈਂ 10ਵੀਂ 'ਚ ਪੜ੍ਹਦੀ ਸੀਗੀ ਜਦੋਂ ਮੈਂ ਇਸ ਸੁਸਾਇਟੀ ਦੇ ਨਾਲ ਜੁੜ ਕੇ, ਪਹਿਲੇ 10 ਮੈਂਬਰਾਂ ਦੇ ਵਿੱਚ ਆਪਾਂ ਜਿਹੜੇ 13-14 ਮੈਂਬਰ ਸੀਗੇ ਉਹਨਾਂ ਦਾ ਹਿੱਸਾ ਬਣ ਗਈ। 10ਵੀਂ 'ਚ ਪੜ੍ਹਦੇ ਸੀਗੇ, ਉਹ ਇੰਨਾ ਕਰੇਜ਼ ਵੀ ਮੈਂ ਕੰਮ ਵੀ ਕਰਨਾ ਨਾਲ। ਬਿਲਕੁਲ ਸਰ, ਐਕਚੁਅਲੀ ਜਦ ਸਾਰੇ ਜਣੇ ਮੀਟਿੰਗ ਕਰਦੇ ਸੀਗੇ ਤੇ ਮੈਂ ਵੀ ਉਸ ਮੀਟਿੰਗ 'ਚ ਆਈ ਸੀਗੀ ਤੇ ਉਹਦੇ ਵਿੱਚ ਆਹ ਚੀਜ਼ ਦੇਖੀ ਸੀਗੀ ਕਿ ਲੇਡੀਜ਼ ਕਿੱਦਾਂ 20-20 ਰੁਪਏ, ਮੈਨੂੰ ਆਹ ਸੀਗਾ ਕਿ ਮੈਂ ਵੀ ਕੁਛ ਇੱਕ ਪੈਸੇ ਇਕੱਠੇ ਕਰਾਂ ਤੇ ਉਹਨਾਂ ਪੈਸਿਆਂ ਦੀ ਚਾਹ ਦੇ ਨਾਲ ਹੀ ਮੈਂ ਅੱਗੇ ਆਹ ਕੰਮ ਦੇਖਿਆ ਕਿ ਆਹ ਕਿੱਦਾਂ ਕਰਦੇ ਆ ਤੇ ਮੇਰਾ ਇੰਟਰਸਟ ਸੀਗਾ ਕਿ ਮੈਂ ਨਾਲ ਪੜ੍ਹਾਈ ਕਰਨੀ ਹੈ ਤੇ ਨਾਲ ਹੀ ਕੰਮ ਕਰਨਾ ਹੈ। ਤੇ ਅੱਜ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਡਬਲ ਮਾਸਟਰ ਹੈ ਪਲੱਸ ਸੋਇਲ ਦੀ ਸਪੈਸ਼ਲਾਈਜੇਸ਼ਨ ਹੈ। ਹਾਂਜੀ, ਤੇ ਆਹ ਸਾਰਾ ਚੀਜ਼ ਨੂੰ ਜਿੱਥੋਂ ਮੈਂ ਪੜ੍ਹਾਈ ਕੀਤੀ ਹੈ, ਜਿੱਥੋਂ ਮੈਂ ਸਿੱਖਿਆ ਆ, ਉਹ ਟਾਈਮ ਮੈਂ ਉਹਨੂੰ ਹੀ ਦੇਣਾ ਚਾਹੁੰਦੀ ਹੈ। ਤੇ ਅੱਜ ਟਿਲ ਡੇਟ ਹੈ ਕਿ ਜਿਹੜੀ ਸਾਡੀ ਇਹ ਸੁਸਾਇਟੀ ਹੈ, ਜਿਹੜੀ ਇਹ ਸਾਡਾ ਗਰੁੱਪ ਹੈ, ਉਹ ਬੁਲੰਦੀਆਂ 'ਚ ਹੈ ਜੀ। ਅੱਛਾ ਭੈਣ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿੰਨੀਆਂ ਆਈਟਮਸ ਤਿਆਰ ਕਰਦੇ ਹੋ, ਕਿਹੜੀ ਆਈਟਮਸ ਹੈਗੀਆਂ? ਹਾਂਜੀ, ਸਾਡੀਆਂ ਸਰ 65 ਆਈਟਮ ਹੈਗੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਹਾਂ, ਜਿਹੜੀ ਕਿ ਬਿਲਕੁਲ ਹੀ ਨੈਚੁਰਲ ਹੈਗੀਆਂ, ਜਿਹਦੇ ਵਿੱਚ ਹੈਗੇ ਅਚਾਰ, ਮੁਰੱਬੇ, ਜੂਸ, ਚਟਨੀਆਂ, ਸਕੈਸ਼, ਆਮਲਾ ਕੈਂਡੀ, ਤ੍ਰਿਫਲਾ ਪਾਊਡਰ, ਆਮਚੂਰ, ਸਕੈਸ਼ਜ਼। ਹਾਂਜੀ, ਇਹ ਸਾਰਾ ਫਿਰ ਆਪ ਹੀ ਤਿਆਰ ਕਰਦੇ ਹੋ? ਬਿਲਕੁਲ ਸਰ, ਅਸੀਂ ਖੁਦ ਹੀ ਪ੍ਰੋਸੈਸ ਕਰਦੇ ਹਾਂ। ਅੱਛਾ ਪ੍ਰਧਾਨ ਜੀ, ਜਦੋਂ ਇਹ ਬਿਜ਼ਨਸ ਸ਼ੁਰੂ ਕੀਤਾ ਸੀਗਾ ਤੇ ਪਿੰਡ ਵਾਲੇ, ਗਲੀ ਵਾਲੇ, ਮੁਹੱਲੇ ਵਾਲੇ ਮਜ਼ਾਕ ਤਾਂ ਨਹੀਂ ਉਡਾਉਂਦੇ ਸੀਗੇ ਵੀ ਅਚਾਰ ਵੇਚਣ ਜਾਊਗੀਆਂ ਬੀਬੀਆਂ ਸਾਡੀਆਂ? ਬਿਲਕੁਲ ਜੀ, ਲੋਕਾਂ ਨੇ ਤੇ ਬਹੁਤ ਔਕੜਾਈਆਂ ਸਾਨੂੰ, ਤੇ ਵਿੱਚ ਪਿੰਡ ਦੀਆਂ ਲੇਡੀਜ਼ ਇਕੱਠੀਆਂ ਵੀ ਹੋਈਆਂ, ਸਾਡੇ ਨਾਲ ਚੱਲੀਆਂ ਵੀ, ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਮਤਲਬ ਸਾਨੂੰ ਪਿੰਡ ਦਾ, ਵੱਡੀ ਗੱਲ ਇਹ ਹੈ ਮੇਰੇ ਪਤੀ ਦਾ ਮੈਨੂੰ ਬਹੁਤ ਸਹਿਯੋਗ ਰਿਹਾ। ਹਾਂਜੀ। ਤੁਸੀਂ ਭਾਵੁਕ ਹੋ ਰਹੇ ਹੋ, ਕੀ ਗੱਲ ਹੈ? ਕੋਈ ਕਹਾਣੀ ਹੈ ਇਹਦੇ ਪਿੱਛੇ ਵੀ? ਤੁਹਾਨੂੰ ਖੁਦ ਮਿਹਨਤ ਕਰਨੀ ਪਈ? ਕੋਈ ਤਕਲੀਫ ਸੀ, ਕੋਈ ਦਿੱਕਤ? ਅੱਜ ਇਸ ਦੁਨੀਆ 'ਚ ਨਹੀਂ ਹੈ ਸ਼ਰਮਾ ਜੀ, ਤੇ ਜੋ ਸਿਸਟਮ ਹੈ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇਹਦੇ ਵਿੱਚ। ਉਹਨਾਂ ਦਾ ਸਹਿਯੋਗ, ਉਹਨਾਂ ਦਾ ਹਿੰਮਤ ਦਿੱਤੀ ਤੁਹਾਨੂੰ, ਔਰ ਅੱਜ ਕਾਮਯਾਬ ਹੋਏ। ਔਰ ਕਿੰਨੀਆਂ ਭੈਣਾਂ ਦੇ ਘਰਾਂ ਦੇ ਵਿੱਚ ਰੁਜ਼ਗਾਰ ਹੈ, ਰੋਟੀ ਪੱਕਦੀ, ਚੁੱਲ੍ਹਾ ਬਲਦਾ ਹੈ। ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ ਵੀ ਤੂੰ ਕੰਮ ਨਾ ਕਰ, ਕਹਿੰਦੇ ਤੂੰ ਕੰਮ ਕਰ ਅੱਗੇ ਵੱਧ। ਔਰਤਾਂ ਨੂੰ, ਗਰੀਬ ਔਰਤਾਂ ਨੂੰ ਕੋਈ ਤੰਗੀ ਨਹੀਂ ਆਉਣਾ ਚਾਹੀਦੀ, ਤੇ ਇਸ ਕਰਕੇ ਵੀ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ। ਬਿਲਕੁਲ, ਮੈਂ ਥੋੜ੍ਹਾ ਜਿਹਾ ਦੱਸ ਦਵਾਂ ਵੀ ਪ੍ਰਧਾਨ ਜੀ, ਮੈਮ ਉਹਨਾਂ ਦੇ ਥੋੜ੍ਹੇ ਦਿਨ ਪਹਿਲਾਂ ਹੀ ਟ੍ਰੈਜਡੀ ਹੋਈ ਹੈ, ਤਾਂ ਬੰਦਾ, ਇਨਸਾਨ ਭਾਵੁਕ ਹੋ ਜਾਂਦਾ ਹੈ। ਜੇ ਐਡੀ ਵੱਡੀ ਕਾਮਯਾਬੀ, ਕਹਿੰਦੇ ਮੈਂ ਨਹੀਂ ਕਾਮਯਾਬ, ਕਹਿੰਦੇ ਮੇਰੀ ਸਾਰੀ ਟੀਮ ਕਾਮਯਾਬ ਹੈ, ਜੋ ਹੱਥੀਂ ਕਿਰਤ ਕਰਨ ਤੋਂ ਲੈ ਕੇ ਪੈਕਿੰਗ ਤੱਕ ਜੋ ਇਹ ਸਾਰਾ ਸਿਲਸਿਲਾ ਹੱਥਾਂ ਦੇ ਨਾਲ ਚੱਲ ਰਿਹਾ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਭੈਣ ਜੀ, ਫਿਰ ਕਹਿੰਦੇ ਨੈਸ਼ਨਲ ਅਵਾਰਡ ਵੀ ਮਿਲਿਆ, ਪਿੰਡ ਦੇ ਵਿੱਚ ਬਣਦਾ ਅਚਾਰ ਨੈਸ਼ਨਲ ਪੱਧਰ 'ਤੇ ਦਿੱਲੀ ਪਹੁੰਚ ਗਿਆ, ਉੱਥੇ ਜਾ ਕੇ ਸੈਂਪਲਿੰਗ ਹੁੰਦੀ ਹੈ, ਨੈਸ਼ਨਲ ਅਵਾਰਡ ਮਿਲਿਆ, ਕਹਿੰਦੇ ਇਨਾਮ ਵੀ ਬੜਾ ਵੱਡਾ ਮਿਲਿਆ ਸੀਗਾ। ਉਹ ਥੋੜ੍ਹਾ ਜਿਹਾ ਸੁਣਾ ਦਿਓ ਕਿਵੇਂ ਪੂਰਾ ਬਣਿਆ ਸੀ? ਉਹ ਸਰ ਐਕਚੁਅਲੀ ਦੇਖੋ ਜੀ, ਹੁਣ ਕਈ ਸੈਲਫ ਹੈਲਪ ਗਰੁੱਪ ਹੈਗੇ ਪਿੰਡਾਂ ਵਿੱਚ, ਕਈ ਕੁਛ ਬਣਦਾ ਹੈ। ਇੱਦਾਂ ਹੀ ਸੀਗਾ ਕਿ ਸਾਨੂੰ ਵੀ ਜਿੱਦਾਂ ਬਾਕੀਆਂ ਨੂੰ ਡਿਪਾਰਟਮੈਂਟਸ ਹਾਇਰ ਕਰਦੇ ਆ, ਸਾਨੂੰ ਵੀ ਲੈ ਕੇ ਗਏ ਸੀਗੇ, ਸਾਡੀ ਵੀ ਪ੍ਰਦਰਸ਼ਨੀ ਲਗਵਾਈ ਸੀਗੀ। ਜਿਸ ਵੇਲੇ ਪ੍ਰਦਰਸ਼ਨੀ ਲੱਗੀ ਹੈ ਤੇ ਅਸੀਂ ਵੀ ਡਿਸਪਲੇ ਕੀਤਾ ਸੀਗਾ ਉੱਥੇ। ਸਰ ਕੁਆਲਿਟੀ ਟੈਸਟਿੰਗ ਹੋਈ ਸੀਗੀ, ਜਦੋਂ ਕੁਆਲਿਟੀ ਟੈਸਟਿੰਗ ਹੋਈ ਤੇ ਸਾਡਾ ਸਭ ਤੋਂ ਆਰਗੈਨਿਕ ਨਿਕਲਿਆ, ਕੋਈ ਕੈਮੀਕਲ ਨਹੀਂ ਨਿਕਲਿਆ। ਇਸ ਕਰਕੇ ਸਾਨੂੰ ਜਿਹੜਾ ਹੈ ਨੈਸ਼ਨਲ ਅਵਾਰਡ ਨਾਲ ਉਹਨਾਂ ਨੇ ਸਨਮਾਨਿਤ ਕੀਤਾ ਸਰ। ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਵੀ 1.5 ਕਰੋੜ ਦੇ ਲਗਭਗ ਰਾਸ਼ੀ ਸੀ, ਕਿੰਨੀ ਰਾਸ਼ੀ ਸੀ ਤੁਸੀਂ ਆਪ ਦੱਸ ਦਿਓ? ਸਰ ਸਾਨੂੰ ਤੇ ਪਤਾ ਵੀ ਨਹੀਂ ਸੀਗਾ ਇਸ ਚੀਜ਼ ਨੂੰ, ਸਾਨੂੰ ਇੰਨੀ ਖੁਸ਼ੀ ਸੀਗੀ ਇਸ ਚੀਜ਼ ਦੀ ਕਿ ਅਸੀਂ 1.5 ਕਰੋੜ ਤੇ ਚਲੋ ਬੜੀ ਵੱਡੀ ਰਕਮ ਹੈ। ਸਾਨੂੰ ਜੇ ਇੱਥੇ ਕੋਈ ਲੱਖਾਂ 'ਚ ਕੋਈ ਗਿਣਾ ਦਿੰਦਾ ਸੀਗਾ, ਅਸੀਂ ਤਾਂ ਖੁਸ਼ ਹੋ ਜਾਂਦੇ ਸੀਗੇ
ਹਾਂਜੀ, ਪਰ ਜਦੋਂ ਸਾਨੂੰ ਆਹ ਚੀਜ਼ ਦਾ ਪਤਾ ਲੱਗਿਆ ਕਿ ਚਲੋ ਜਿਹੜੇ ਸਾਡੇ ਪ੍ਰੋਡਕਟ ਹੈ, ਨੈਚੁਰਲ ਪ੍ਰੋਡਕਟ ਹੈ, ਉਹਨਾਂ ਦੀ ਕੀਮਤ ਸੀਗੀ ਸਰ, ਔਰ ਸਾਡੀ ਲੇਡੀਜ਼ ਦੀ ਮਿਹਨਤ ਸੀਗੀ ਜਿਹਦੀ। ਕਿੰਨੇ ਕੁ ਮੈਂਬਰ ਨੇ ਹੁਣ ਤੱਕ ਜੁੜ ਗਏ? ਸਾਡੇ 350 ਮੈਂਬਰ ਹੈ ਜੀ, 2 ਬਲੋਕ ਦੇ ਮੈਂਬਰ ਜਿਹੜੇ ਸਾਡੇ ਨਾਲ ਜੁੜੇ ਹੋਏ ਹੈ। ਅੱਛਾ, ਮੈਂ ਪ੍ਰੋਸੈਸਿੰਗ ਥੋੜੀ ਬਾਅਦ ਚ ਗੱਲ ਕਰਦਾ, ਪਰ ਉਹ ਇਨਾਮ ਦਾ ਥੋੜਾ ਜਿਹਾ ਇੱਕ ਦਿਲਚਸਪ ਕਿੱਸਾ ਸੀਗਾ। ਕਹਿੰਦੇ ਜਦੋਂ ਚੈੱਕ ਮਿਲਿਆ ਤੁਹਾਨੂੰ, ਕੌਣ ਚੈੱਕ ਦੇਣ ਆਇਆ ਸੀ, ਕਿਵੇਂ ਮਿਲਿਆ, ਯਕੀਨ ਨਹੀਂ ਹੋ ਰਿਹਾ ਸੀਗਾ, ਕਿੰਨੇ ਲੱਖ ਦਾ ਚੈੱਕ ਸੀ? ਐਕਚੁਅਲੀ ਸਰ ਇਦਾਂ ਹੋਇਆ ਸੀਗਾ ਕਿ ਜਦੋਂ ਅਸੀਂ ਇਨਾਮ ਜਿੱਤ ਕੇ ਆਏ ਸੀਗੇ ਤੇ ਸਾਡਾ ਉਹਨਾਂ ਨੇ ਇੱਥੇ ਦੇਖਣਾ ਸੀਗਾ ਕਿ ਇਹ ਗਰੁੱਪ ਚੱਲਦਾ ਵੀ ਹੈ ਜਾਂ ਨਹੀਂ, ਤੇ ਸਾਡੇ ਕਦੇ ਇੱਥੇ BDPO ਸਾਹਿਬ ਬੜੇ ਘੱਟ ਹੀ ਆਉਂਦੇ ਆ ਕਿਉਂਕਿ ਲਾਸਟ ਬਾਰਡਰ ਲਾਈਨ ਪੈਂਦੀ ਹੈ ਮੋਸਟਲੀ। ਸਾਨੂੰ ਜਿਹੜਾ ਮੇਨ ਹੈ ਉਹ ਤਲਵਾੜਾ ਹੀ ਪੈਂਦਾ ਹੈ, ਤੇ ਸਾਡੇ ਕੋਲ ਅਫਸਰ ਆਣੇ ਸ਼ੁਰੂ ਹੋਏ। ਹੌਲੀ ਹੌਲੀ ਸਾਨੂੰ ਲੋਕੀ ਕਹਿਣ ਲੱਗੇ ਕਿ ਜੀ ਇੱਥੇ CM ਸਾਹਿਬ ਨੇ ਆਣਾ ਹੈ, DC ਸਾਹਿਬ ਆਏ। ਚਲੋ ਅਸੀਂ ਆਹ ਚੀਜ਼ ਦੇਖ ਕੇ ਪਹਿਲਾਂ ਬੜੇ ਹੈਰਾਨ ਸੀਗੇ ਕਿ ਸਾਡੇ ਕੋਲ ਯਕਦਮ ਇੰਨੇ ਜ਼ਿਆਦਾ ਅਫਸਰ ਆਣੇ ਸ਼ੁਰੂ ਹੋ ਗਏ, ਸਾਨੂੰ ਇਹਦੇ ਬਾਰੇ ਕਦੀ ਨੌਲੇਜ ਨਹੀਂ ਸੀਗੀ। ਜਦੋਂ ਆਏ ਉਹਨਾਂ ਨੇ ਇੱਥੇ ਦੇਖਿਆ, ਵਿਚਾਰ ਕੀਤਾ, ਤੇ ਇੱਕ ਦਿਨ ਇਹ ਜਿਹਾ ਸੀਗਾ ਕਿ CM ਸਾਹਿਬ ਵੀ ਆ ਗਏ, ਪਹੁੰਚ ਗਏ ਤੁਹਾਡੇ ਕੋਲ। ਉਦੋਂ ਇਹ ਬਿਲਡਿੰਗ ਇਹੀ ਵੱਡੀ ਇੰਨੀ ਬਿਲਡਿੰਗ ਸੀਗੀ ਜਾਂ ਉਹ ਕਿੱਥੇ ਕਰਦੇ ਸੀ? ਕਮਰਾ ਸੀਗਾ ਇੱਕ ਜਿੱਥੇ ਲੇਡੀਜ਼ ਬੈਠ ਕੇ ਕੰਮ ਕਰਦੀਆਂ ਸੀਗੀਆਂ, ਤੇ ਉੱਥੇ ਬਿਲਕੁਲ ਬਾਂਸਾਂ ਦੇ ਡੰਡੇ ਗੱਡੇ ਹੋਏ ਸੀਗੇ। ਆ ਸਾਰਾ ਕੁਝ ਸਾਡਾ ਮੈਨੂਅਲ ਹੀ ਸੀਗਾ, ਇਸ ਚੀਜ਼ ਦਾ ਤੇ ਅਸੀਂ ਕਦੇ ਸੁਪਨਾ ਵੀ ਨਹੀਂ ਲਿਆ ਸੀਗਾ। ਤੇ CM ਸਾਹਿਬ ਆਏ, ਉਹਨਾਂ ਨੇ ਸਾਨੂੰ ਜੀ 77 ਲੱਖ ਦਾ ਚੈੱਕ ਦਿੱਤਾ। ਤੇ ਸਾਨੂੰ ਨਾ ਜੀ ਲੋਕੀ ਕਹਿਣ ਕੀ ਹੈ ਜਿਹੜੇ ਪੋਲੀਟੀਕਲਸ ਪਾਰਟੀਆਂ ਹੈ ਕਿ ਕੁਝ ਬੋਗਸ ਹੁੰਦਾ ਹੈ, ਸਾਨੂੰ ਵੀ ਟੈਨਸ਼ਨ ਹੋ ਗਈ। ਅਸੀਂ ਨਾ ਜੀ ਸਵੇਰੇ ਚੈੱਕ ਲੈ ਕੇ ਬੈਂਕ ਚਲੇ ਗਏ ਕਿ ਕੀ ਪਤਾ ਵੀ, ਪਰ ਐਕਚੁਅਲੀ ਉਹ ਸਾਨੂੰ ਹੀ ਮਿਲਿਆ ਸੀਗਾ। ਬੈਂਕ ਮੈਨੇਜਰ ਨੇ ਸਾਨੂੰ ਬਕਾਇਦਾ ਦਿਖਾਇਆ ਕਿ ਨਹੀਂ ਆਹ ਗੱਲ ਸੱਚੀ ਹੈਗੀ ਹੈ। ਹਾਂਜੀ, 77 ਲੱਖ ਦਾ ਇੱਕ ਮਿਲਿਆ, ਫਿਰ ਅਗਲਾ 58 ਲੱਖ ਦਾ ਇੱਕ ਮਿਲਿਆ। ਇੱਕ ਕਿੰਨੀ ਰਾਸ਼ੀ ਸੀਗੀ ਟੋਟਲ? ਇਹ 1 ਕਰੋੜ 39 ਲੱਖ ਰੁਪਇਆ ਸੀ। 1 ਕਰੋੜ 39 ਲੱਖ ਦੀ ਮੈਨੂੰ ਲੱਗਦਾ ਇੱਥੇ ਲੱਗ ਛਾਗੇ 10-20 ਪਿੰਡਾਂ ਨੂੰ ਨਹੀਂ ਇੰਨਾ ਪੈਸਾ। ਬਿਲਕੁਲ ਬਿਲਕੁਲ ਸਰ। ਇੱਕ ਸਾਡੀ ਆ ਸੀਗੀ ਕਿ ਜਿਹੜੀ ਅਸੀਂ ਚੀਜ਼ ਦਾ ਸੁਪਨਾ ਸੀ ਇਹਨੂੰ ਇੱਕ ਪ੍ਰੋਸੀਜਰ ਸਟੈਪ ਬਾਈ ਸਟੈਪ ਬਣਾਉਣਾ ਚਾਹੁੰਦੇ ਸੀਗੇ, ਉੱਦਾਂ ਹੀ ਬਣਾਇਆ। ਹਾਂਜੀ। ਅੱਛਾ ਭੈਣ ਜੀ, ਫਿਰ ਕਿਵੇਂ ਪ੍ਰੋਸੈਸ ਕਿਵੇਂ ਚੱਲਦਾ? ਕਿੱਥੋਂ ਤੁਹਾਡੇ ਕੋਲੇ ਮਾਲ ਆਉਂਦਾ? ਜਿਵੇਂ ਆਪਾਂ ਆਵਲੇ ਦੀ ਗੱਲ ਕਰ ਰਹੀਏ, ਲਸੂੜੇ ਦੀ ਗੱਲ ਕਰ ਰਹੀਏ, ਕਰੇਲੇ ਦੀ ਗੱਲ ਕਰ ਲਈਏ, ਤੁਸੀਂ ਦਾਅਵਾ ਕਰਦੇ ਹੋ ਕਿ ਆਰਗੈਨਿਕ ਹੈ ਸਾਰਾ, ਕਿੱਥੋਂ ਆ ਰਿਹਾ? ਤੁਹਾਨੂੰ ਕਿਤੇ ਬਾਗ ਲੱਗੇ ਨੇ ਜਾਂ ਕਿਵੇਂ ਘਰਾਂ ਦੇ ਵਿੱਚ ਆ ਰਿਹਾ? ਦੇਖੋ ਸਰ, ਜਿਹੜਾ ਸਾਡਾ ਇਹ ਏਰੀਆ ਨੇ ਜੀ, ਇਹਦੇ ਵਿੱਚ ਪਾਣੀ ਦੀ ਅੱਗੇ ਹੀ ਬੜੀ ਕਮੀ ਹੈ। ਇਹ ਜਿਹੜੇ ਸਾਡੇ ਜਿੱਦਾਂ ਕਿ ਸਿਟਰਸ ਸਾਡੇ ਏਰੀਆ ਵਿੱਚ ਸਭ ਤੋਂ ਜ਼ਿਆਦਾ ਹੈ, ਜਿੱਦਾਂ ਆਮਲਾ ਹੋ ਗਿਆ, ਹਰੜ ਹੈਗਾ, ਆਪਣੇ ਗਲਗਲ ਹੈ, ਨਿੰਬੂ ਹੈ, ਇਹ ਸਾਰੇ ਜੰਗਲੀ ਫਰੂਟ ਹੈਗੇ ਆ ਸਰ। ਇਹ ਜਿੱਦਾਂ ਐਲੋਵੀਰਾ ਹੋ ਗਈ ਹੈ, ਇਹ ਸਾਡਾ ਸਾਰਾ ਫੋਰੈਸਟ ਲੈਂਡ ਸਾਡੇ ਇੱਥੇ ਹੈ, ਫੋਰੈਸਟ ਲੈਂਡ 'ਚੋਂ ਹੀ ਆਉਂਦਾ ਹੈ। ਸਾਡੇ ਇੱਥੇ ਕੋਈ ਕਿੱਲੇ ਨਹੀਂ ਹੈ, ਸਿਰਫ ਮਰਲਿਆਂ 'ਚ ਜਗ੍ਹਾ ਹੈਗੀਆਂ। ਹਾਂਜੀ, ਬਾਕੀ ਇਹ ਖੱਡਾਂ ਹੈ, ਟੋਟਲੀ ਅਸੀਂ ਇੱਥੋਂ ਹੀ ਮਾਲ ਕਲੈਕਟ ਕਰਦੇ ਹਾਂ। ਘਰਾਂ ਦੇ ਵਿੱਚ ਹੀ ਜਿਹੜਾ ਲੋਕਾਂ ਨੇ ਥੋੜਾ ਥੋੜਾ ਕਿਆਰੀਆਂ ਛੋਟੀਆਂ ਛੋਟੀਆਂ ਬਣਾਈਆਂ ਹੁੰਦੀਆਂ? ਹਾਂਜੀ, ਬਾਕੀ ਜੰਗਲ 'ਚੋਂ ਸਾਡੇ ਜਿਹੜਾ ਆਮਲਾ ਹੈ ਉਹ ਨੈਚੁਰਲੀ ਹੀ ਬੜਾ ਹੈ ਇੱਥੇ ਫੋਰੈਸਟ ਲੈਂਡ 'ਚ। ਅਸੀਂ ਉਹਨੂੰ ਕਲੈਕਟ ਕਰਾ ਕੇ ਬਾਕੀ ਜਿਹੜਾ ਘਰਾਂ 'ਚ ਲੱਗਿਆ ਹੈ ਮਟੀਰੀਅਲ ਉੱਥੋਂ ਕਲੈਕਟ ਕਰਕੇ ਲੋਕੀ ਸਾਨੂੰ ਸੇਲ ਕਰਦੇ ਆ। ਅੱਛਾ ਭੈਣ ਜੀ, ਇੱਕ ਗੱਲ ਮੈਨੂੰ ਦੱਸਿਓ ਪ੍ਰਧਾਨ ਜੀ, ਕਹਿੰਦੇ ਵੀ ਇੱਥੇ ਜਿਹੜੀ ਮੁਨਾਫਾ ਹੁੰਦਾ ਹੈ ਉਹ ਜਿਹੜੀਆਂ ਭੈਣਾਂ ਪਿੱਛੇ ਕੱਟ ਰਹੀਆਂ ਨੇ ਹੱਥੀਂ ਲਸੂੜੇ ਨੂੰ ਕੱਟ ਰਹੀਆਂ ਨੇ, ਉਹਨਾਂ ਨੂੰ ਵੀ ਬਰਾਬਰ ਮਿਲਦਾ ਤੇ ਪ੍ਰਧਾਨ ਸਾਹਿਬ ਨੂੰ ਵੀ ਬਰਾਬਰ ਮਿਲਦਾ ਹੈ, ਤੇ ਜਿਹੜੇ ਅੱਗੇ ਮੈਨੇਜ ਕਰ ਰਹੇ ਉਹਨਾਂ ਨੂੰ ਵੀ ਬਰਾਬਰ ਮਿਲਦਾ ਹੈ। ਇਹ 'ਚ ਕਿੰਨੀ ਕੁ ਸੱਚਾਈ ਹੈ? ਕਿਵੇਂ ਫਿਰ ਮੁਨਾਫਾ ਕਿਵੇਂ ਵੰਡਦੇ ਹੋ? ਇਹ ਬਿਲਕੁਲ ਜੀ, ਜਿਹੜੇ ਇੱਥੇ ਕੰਮ ਕਰਦੇ ਆ ਸਾਰਿਆਂ ਨੂੰ ਬਰਾਬਰ ਮਿਲਦਾ ਹੈ, ਕੋਈ ਇਦਾਂ ਦੀ ਗੱਲ ਨਹੀਂ ਹੈ। ਜੇ ਮਤਲਬ ਇੱਥੇ ਕੋਈ ਇੱਕ ਦਾ ਕੰਮ ਨਹੀਂ ਹੈ, ਇਹ ਸਾਰਿਆਂ ਦਾ ਸਾਂਝਾ ਕੰਮ ਹੈ, ਸਾਰੇ ਹੀ ਬਰਾਬਰ ਹਨ। ਜੇ ਕੋਈ ਅਮੀਰ ਹੈ, ਗਰੀਬ ਹੈ, ਜੋ ਵੀ ਹੈ ਜਿੱਥੇ ਕੰਮ ਕਰਦਾ ਹੈ ਉਹਨਾਂ ਨੂੰ ਬਰਾਬਰ ਹੀ ਦਿੱਤਾ ਜਾਂਦਾ ਹੈ। ਖੁਸ਼ੀ ਹੁੰਦੀ ਹੈ ਜੀ ਅੱਜ ਪਿੰਡ ਦੀ ਬੀਬੀ ਨੂੰ ਲੋਕ ਫੈਕਟਰੀ ਵਾਲੀ ਕਹਿੰਦੇ ਹੋਣਗੇ, ਚਾਰ ਵਾਲੀ ਫੈਕਟਰੀ ਦੇ ਪ੍ਰਧਾਨ ਸਾਹਿਬ? ਹਾਂਜੀ, ਸਹੀ ਗੱਲ ਹੈ ਜੀ। ਇਸ ਕਰਕੇ ਹੀ ਦੇਖੋ, ਜਿਹੜੇ ਨਹੀਂ ਵੀ ਜਾਣਦੇ ਉਹ ਵੀ ਰਾਮਗੜ੍ਹ ਸਿਕਰੀ ਪਿੰਡ ਨੂੰ ਜਾਣਦੇ ਆ। ਸਾਡੇ ਸ਼ਰਮਾ ਜੀ ਕਿਤੇ ਵੀ ਜਾਂਦੇ ਸੀ, ਉਹਨਾਂ ਨੂੰ ਕਹਿਣਾ, ਕਿਸੇ ਨੂੰ ਮੀਟਿੰਗ ਹੋਣੀ ਅਫਸਰਾਂ ਨਾਲ, ਉਹਨਾਂ ਨੇ ਕਹਿਣਾ ਵੀ ਅਸੀਂ ਰਾਮਗੜ੍ਹ ਸਿਕਰੀ ਜ਼ਰੂਰ ਜਾਣਾ। ਸਾਰੇ ਆਈ ਕਹਿੰਦੇ ਸੀਗੇ ਕਿ ਅਚਾਰਾਂ ਵਾਲੇ ਸਾਨੂੰ ਸਰ ਮੋਸਟਲੀ ਸਾਡੇ ਨਾਮ ਤੋਂ, ਸਾਡੇ ਪਿੰਡ ਤੋਂ ਇੰਨਾ ਨਹੀਂ ਜਾਣਦੇ ਜਿੰਨਾ ਕਿ ਸਾਨੂੰ ਅਚਾਰਾਂ ਵਾਲੇ ਨਾਮ ਤੋਂ ਜਾਣਦੇ ਆ। ਅਚਾਰਾਂ ਵਾਲੇ ਦੀ ਵੀ ਚੱਲ ਜਾਓ ਜੀ, ਉਹ ਕਹਿੰਦੇ ਕਿ ਆਹ ਅਚਾਰ ਵਾਲੇ ਹੈ ਜੀ ਪੂਰੇ ਪੰਜਾਬ 'ਚ ਸਪਲਾਈ ਹੁੰਦਾ, ਹਿਮਾਚਲ 'ਚ ਵੀ ਜਾਂਦਾ? ਬਿਲਕੁਲ ਸਰ। ਈਵਨ ਕਿ ਹੁਣ ਇੱਕ ਲਿੰਕ ਇਦਾਂ ਦਾ ਹੈ ਕਿ ਜਿਹੜੇ ਆਨਲਾਈਨ ਸਪਲਾਈ ਕਰਦੇ ਆ ਜੀ ਬੈਂਗਲੌਰ ਤੇ, ਉੱਥੇ ਵੀ ਸਾਡਾ ਟਾਈ ਅਪ ਹੁੰਦਾ ਪਿਆ। ਇੱਕ ਸਰ ਸਾਡੇ ਸੈਂਪਲ ਗਏ ਸੀਗੇ ਇਜ਼ਰਾਈਲ, ਉਹ ਵੀ ਪਾਸ ਹੋ ਗਏ ਆ। ਅਸੀਂ ਹੁਣ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਜਿਹੜਾ ਅਪਲਾਈ ਕੀਤਾ ਹੋਇਆ। ਅੱਛਾ, ਜਿਵੇਂ ਲੋਕਾਂ ਦੇ ਰਿਸ਼ਤੇਦਾਰ ਵੀ ਹੁੰਦੇ ਹੋਣਗੇ, ਜਦੋਂ ਅਮਰੀਕਾ ਕੈਨੇਡਾ ਤੋਂ ਆ ਕੇ ਚੱਕਦੇ ਹੋਣਗੇ ਘਰਾਂ 'ਚ, ਡਿਮਾਂਡ ਆਉਂਦੀ ਅਮਰੀਕਾ ਕੈਨੇਡਾ ਤੋਂ ਵੀ? ਬਿਲਕੁਲ ਜੀ ਸਰ, ਕਾਫੀ ਜਾਂਦਾ ਹੈ। ਜਿਹੜੇ ਸਾਡੇ ਇੱਧਰ ਰੈਜ਼ੀਡੈਂਸ਼ੀਅਲ ਹੈ, ਜਿੱਦਾਂ ਟਾਂਡਾ ਹੋ ਗਿਆ, ਖੁੱਡਾ ਹੋ ਗਿਆ, ਜਲੰਧਰ, ਇਸ ਏਰੀਏ ਤੋਂ ਕਾਫੀ ਲੋਕੀ ਆਉਂਦੇ, ਜਿਹੜਾ NRI ਹੈ ਉਹ ਬਾਹਰ ਲੈ ਕੇ ਜਾਂਦੇ ਨੇ। ਅੱਛਾ, ਅਮਰੀਕਾ ਕੈਨੇਡਾ ਦੇ ਆਰਡਰ ਹੁੰਦੇ ਨੇ? ਬਿਲਕੁਲ ਸਰ, ਆਉਂਦੇ ਆ ਜੀ।
ਖਾਸੀਅਤ ਕੀ ਹੈ ਅਚਾਰ ਦੇ ਵਿੱਚ? ਕਿਵੇਂ ਆਪਾਂ ਘਰਾਂ ਦੇ ਵਿੱਚ ਵੀ ਪਾਉਂਦੇ ਆ, ਉਹ ਵੀ ਬੀਬੀਆਂ ਬੜੀ ਮਿਹਨਤ ਲਾਉਂਦੀਆਂ ਨੇ ਉਹਦੇ ਤੇ, ਇਹ 'ਚ ਕੀ ਖਾਸੀਅਤ ਪਾਉਂਦੇ ਫਿਰ? ਦੇਖੋ ਸਰ, ਜਿਹੜੇ ਅਸੀਂ ਪੁਰਾਣੇ ਜ਼ਮਾਨੇ 'ਚ ਅਚਾਰ ਪਾਉਂਦੇ ਸੀਗੇ ਉਹ 8-8 ਸਾਲ ਖਰਾਬ ਨਹੀਂ ਹੁੰਦੇ ਸੀਗੇ। ਇੱਕ ਅਚਾਰ ਤੁਸੀਂ ਦੇਖਦੇ ਹੋਣੇ ਆ ਕਿ ਗੱਡੀਆਂ 'ਚ ਖੁੱਲੇ ਘੁੰਮਦੇ ਆ, ਉਹ ਵਿਕਦੇ ਆ, ਉਹ ਖਰਾਬ ਨਹੀਂ ਹੁੰਦੇ। ਉਹਨਾਂ 'ਚ ਨਾ ਕੋਈ ਫਰਮਾਟੇਸ਼ਨ ਹੁੰਦੀ ਹੈ, ਕਿਉਂਕਿ ਰੀਜ਼ਨ ਕੀ ਹੈ, ਜੇ ਉਹਦੇ 'ਚ ਡਸਟ ਵੀ ਪੈ ਜਾਵੇ ਉਹਦੇ 'ਚ ਕੈਮੀਕਲ ਹੀ ਇੰਨੇ ਪਾਏ ਹੁੰਦੇ ਆ। ਬਾਕੀ ਹੈ ਜੀ ਜਿਹੜਾ ਸਾਡਾ ਹੈ ਉਹ ਅਸੀਂ ਬਿਲਕੁਲ ਹੀ ਆਰਗੈਨਿਕ ਤਰੀਕੇ ਨਾਲ ਪ੍ਰੋਸੈਸ ਕਰਦੇ ਆ। ਅਸੀਂ ਕੋਈ ਕੈਮੀਕਲ ਯੂਜ਼ ਨਹੀਂ ਕਰਦੇ, ਉਹਦੀ ਜਗ੍ਹਾ ਅਸੀਂ ਗਲਗਲ ਦਾ ਰਸ ਔਰ ਲੈਮਨ ਦਾ ਜਿਹੜਾ ਰਸ ਹੈ, ਸਿਟਰਸ। ਹੁਣ ਬਾਹਰ ਜਿਹੜੇ ਕੈਮੀਕਲ ਹੈ ਜੀ ਉਹ ਸਰੀਰ ਦੀ ਬੋਡੀ ਨੂੰ ਬਿਲਕੁਲ ਅੰਦਰੋਂ ਅੰਦਰ ਕਹਿੰਦੇ ਨਾ ਇੱਕ ਸਾਇਲੈਂਟ ਕਿਲਰ ਨਾ ਹੋ। ਇਹ ਦਾਅਵਾ ਹੈਗਾ ਤੁਹਾਡਾ ਕੈਮੀਕਲ ਕੋਈ ਨਹੀਂ? ਬਿਲਕੁਲ ਜੀ, ਬਿਲਕੁਲ ਸਰ, ਜਿੱਥੇ ਮਰਜੀ ਸਾਡੀ ਟੈਸਟਿੰਗ ਕਰਵਾਈ ਜਾਵੇ, ਅਸੀਂ ਵਿਦਆਊਟ ਕੈਮੀਕਲ ਪ੍ਰੋਸੈਸ ਕਰਦੇ ਹਾਂ। ਅਚਾਰ ਦੀ ਕਿਹੜੀ ਵੈਰਾਈਟੀ ਹੈ ਜਿਹਦੀ ਬਹੁਤ ਡਿਮਾਂਡ ਰਹਿੰਦੀ ਹੈ? ਸਰ ਸਾਡੇ ਕੋਲ ਮਿਕਸ ਅਚਾਰ ਹੋ ਗਿਆ ਜੀ, ਹਰੜ ਦਾ ਹੋ ਗਿਆ, ਨਿੰਬੂ ਦਾ ਹੋ ਗਿਆ, ਸੁਹਾਂਜਣਾ ਦਾ ਹੋ ਗਿਆ, ਸਾਡੇ ਕੋਲ ਡੇਲੇ ਦਾ ਅਚਾਰ ਹੋ ਗਿਆ, ਕਰੇਲੇ, ਪਹਾੜੀ ਕਰੇਲੇ ਦਾ ਅਚਾਰ ਹੋ ਗਿਆ ਸਰ। ਸਾਰੇ ਮਤਲਬ ਮੋਸਟਲੀ ਸਾਡੇ ਸਾਰੇ ਆਈਟਮ ਦੀ ਡਿਮਾਂਡ ਰਹਿੰਦੀ ਹੈ। ਜਿਵੇਂ ਤੁਸੀਂ ਦੱਸ ਰਹੇ ਸੀਗੇ ਸ਼ਰਬਤ ਜਿਹੜੀ ਬਣਾਉਂਦੇ ਆ, ਗੁਲਾਬਾਂ ਦੀ ਸ਼ਰਬਤ ਦੀ ਗੱਲ ਕਰ ਰਹੇ ਸੀਗੇ ਵੀ ਉਹ ਪਹਾੜੀ ਗੁਲਾਬ ਹੈ ਜਿਹੜਾ ਘਰਾਂ ਦੇ ਵਿੱਚ ਉੱਥੋਂ ਹੀ ਤੜਾਈ ਹੁੰਦੀ ਹੈ, ਉੱਥੋਂ ਹੀ ਆਉਂਦਾ ਔਰ ਉਹਦਾ ਹੀ ਸ਼ਰਬਤ ਤਿਆਰ ਕਰਦੇ। ਬਿਲਕੁਲ ਸਰ, ਅਸੀਂ ਉਹਦੀ ਮਸ਼ੀਨ ਵੀ ਰੱਖੀ ਹੋਈ ਹੈ ਜਿਹਦੇ ਵਿੱਚ ਅਸੀਂ ਉਹਦਾ ਅਰਕ ਕੱਢਦੇ ਆ। ਅਰਕ ਕੱਢ ਕੇ ਫਿਰ ਅਸੀਂ ਬਣਾਉਂਦੇ ਹਾਂ। ਬਾਹਰ ਤੁਹਾਨੂੰ ਅਸੀਂ ਦਿਖਾ ਵੀ ਦਿੰਦੇ ਹਾਂ ਜਿੱਥੇ ਸਾਡੇ ਗੁਲਾਬ ਲੱਗੇ ਹੋਏ ਆ, ਤੁਹਾਨੂੰ ਇੰਟਰਸਟ ਤੇ ਲਗਾਏ ਹੋਏ ਆ ਉਹਦੇ ਵਾਸਤੇ। ਬਾਕੀ ਸਰ ਸਾਡੇ ਸਕੈਸ਼ਿਸ ਜਿੱਦਾਂ ਅੰਬ ਹੁਣ ਅੱਗੇ ਪੱਕਣੇ ਆ, ਪੱਕੇ ਅੰਬਾਂ ਨੂੰ ਕੋਈ ਨਹੀਂ ਚੱਕਦਾ ਦੇਸੀਆਂ ਨੂੰ, ਅਸੀਂ ਉਹਦਾ ਪਲਪ ਕੱਢ ਕੇ ਅਸੀਂ ਉਹਦੀ ਸਕੈਸ਼ ਬਣਾਉਣੀ ਹੈ ਸਰ। ਹੁਣ ਅਸੀਂ ਅੰਬ ਪਾਪੜ ਵੀ ਸ਼ੁਰੂ ਕਰ ਦੇਣਾ ਹੈ ਜੀ। ਹਾਂਜੀ, ਇਹ ਜਿਵੇਂ ਭੈਣ ਜੀ ਆਪਾਂ ਇਹ ਸਾਰਾ ਇਨਫਰਾਸਟ੍ਰਕਚਰ ਪੂਰਾ ਬਣ ਗਿਆ, ਇੱਕ ਕਮਰੇ ਤੋਂ ਸ਼ੁਰੂ ਕੀਤਾ ਸੀ, ਆਪਾਂ ਕਹਿ ਸਕਦੇ ਵੀ 20 ਰੁਪਏ ਦਾ ਬਿਜ਼ਨਸ ਸੀਗਾ ਜਿਹੜਾ ਅੱਜ ਕਿੰਨੀ ਕੁ ਟਰਨਓਵਰ ਹੈ ਉਹ ਪਹੁੰਚ ਚੁੱਕੀ ਹੈ, ਅੱਜ ਕਿੰਨੇ ਕੁ ਮੈਂਬਰ ਇੱਥੇ ਕੰਮ ਕਰਦੇ ਨੇ, ਪਿੰਡਾਂ ਦੇ ਵਿੱਚ ਵੀ ਟੀਮਸ ਬਣੀਆਂ ਨੇ? ਹਾਂਜੀ ਸਰ, ਜਿਹੜੀ ਹੈ ਅਸੀਂ 20 ਰੁਪਏ ਤੋਂ ਸ਼ੁਰੂ ਕੀਤਾ ਸੀਗਾ, ਸਾਡੀ 30 ਲੱਖ ਤੋਂ ਉੱਪਰ ਹੈ ਜੀ ਟਰਨਓਵਰ ਇਸ ਵੇਲੇ ਮਹੀਨੇ ਦੀ ਸਾਲਾਨਾ ਜੀ। ਹਾਂਜੀ ਸਰ, ਬਹੁਤ ਵੱਡੀ ਗੱਲ ਹੈ ਜੀ। ਔਰ ਵੱਡੀ ਗੱਲ ਇਹਦੇ ਵਿੱਚ ਖੂਬਸੂਰਤੀ ਇਹੀ ਹੈ ਵੀ ਸਾਰੀਆਂ ਮਹਿਲਾਵਾਂ ਨੇ, ਔਰ ਉਹ ਮਹਿਲਾਵਾਂ ਨੇ ਜਿਹੜੀਆਂ ਕਈ ਵਾਰ ਆਰਥਿਕ ਤੰਗੀ ਤੋਂ ਦਿੱਕਤ ਦਾ ਸਾਹਮਣਾ ਕਰਦੀਆਂ ਨੇ। ਜਿਵੇਂ ਤੁਸੀਂ ਦੱਸਿਆ ਵੀ ਵਿਡੋਜ਼ ਵੀ ਨੇ ਇਹਦੇ ਵਿੱਚ, ਜਾਂ ਘਰ ਦੇ ਆਰਥਿਕ ਹਾਲਤ ਨਹੀਂ ਜਿਹੜੀ ਸਹੀ ਹੈਗੀ, ਤਾਂ ਇੱਕ ਭੈਣ ਜੀ ਕੰਮ ਵੀ ਕਰ ਰਹੇ ਨੇ। ਭੈਣ ਜੀ ਕੀ ਨਾਂ ਤੁਹਾਡਾ ਜੀ? ਹਾਂਜੀ, ਆਸ਼ਾ ਦੀਦੀ। ਕਿੰਨੀ ਦੇਰ ਤੋਂ ਇਸ ਸੁਸਾਇਟੀ ਨਾਲ ਜੁੜੇ ਹੋ? ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? ਅਸੀਂ ਸ਼ੁਰੂ ਤੋਂ ਸਾਰਾ ਕੰਮ ਕਰਦੇ ਆਏ ਹਾਂ, ਸਾਨੂੰ ਬਰਾਬਰ ਸਭ ਕੁਝ ਹਿੱਸਾ ਮਿਲਦਾ ਪਿਆ। ਬਹੁਤ ਅੱਛਾ ਅਸੀਂ ਕਾਰੋਬਾਰ ਕਰਦੇ ਪਏ ਹਾਂ। ਅੱਛਾ, ਤੁਹਾਨੂੰ ਫਿਰ ਛੇੜਦੇ ਤਾਂ ਨਹੀਂ ਉੱਥੇ ਵੀ ਅਚਾਰ ਦੀ ਫੈਕਟਰੀ, ਅਚਾਰਾਂ ਦੀ ਫੈਕਟਰੀ ਹੈ ਬੀਬੀਆਂ ਦੀ? ਨਹੀਂ ਜੀ, ਸਾਨੂੰ ਕੋਈ ਕੁਝ ਨਹੀਂ ਕਹਿੰਦਾ, ਅਸੀਂ ਆਪਣਾ ਕੰਮ ਕਰਦੇ ਹਾਂ ਤੇ ਘਰ ਨੂੰ ਚੱਲ ਜਾਂਦੇ ਹਾਂ। ਕਿੰਨੇ ਘੰਟੇ ਸ਼ਿਫਟ ਲਾਉਂਦੇ ਹੋ? ਹਾਂਜੀ, ਕਿੰਨੇ ਘੰਟੇ ਦਾ ਟਾਈਮ ਹੁੰਦਾ ਇੱਥੇ ਕੰਮ ਦਾ? 8 ਘੰਟੇ ਤਾਂ ਪੂਰਾ ਹੀ ਹੈ ਨਾ। ਹਾਂਜੀ, ਆਤਮ ਨਿਰਭਰ ਹੈ ਬੀਬੀਆਂ ਨੂੰ। ਮੇਰੀ ਮੰਮੀ ਨੂੰ ਵੀ ਇਹ ਹੈਗੀ ਆ, ਕਿਤੇ ਨਾ ਕਿਤੇ ਚੋਰਾਂ 'ਚ ਪੈਸੇ ਥੋੜੇ ਬਹੁਤ ਬਾੜੇ ਹੁੰਦੇ ਆ ਜਿਹੜੇ ਸੇਵਿੰਗ ਰੱਖੀ ਹੁੰਦੀ ਹੈ। ਇਹ ਤੁਸੀਂ ਤਾਂ ਇੱਕ ਹਿਸਾਬ ਨਾਲ ਨੌਕਰੀ ਕਰ ਰਹੇ ਹੋ, ਇਹ ਤੁਹਾਡਾ ਆਪਣਾ ਬਿਜ਼ਨਸ ਹੈ। ਨੌਕਰੀ ਵੀ ਨਹੀਂ ਮੈਂ ਕਹਿ ਸਕਦਾ, ਤੁਹਾਡਾ ਆਪਣਾ ਬਿਜ਼ਨਸ, ਆਪਣਾ ਕੰਮ ਹੈ ਸਾਰੀਆਂ ਭੈਣਾਂ ਦਾ ਜਿਹੜੇ ਬਰਾਬਰ ਮੁਨਾਫਾ ਕਮਾ ਰਹੀਆਂ। ਜ਼ਿੰਦਗੀ 'ਚ ਤਬਦੀਲੀ ਆਈ ਇਸ ਚੀਜ਼ ਦੇ ਨਾਲ? ਹਾਂਜੀ ਬਹੁਤ ਜੀ। ਅਸੀਂ ਘਰ ਵੀ ਵਿਹਲੇ ਬਹਿਣਾ ਹੀ ਹੈ, ਇਹਦੇ ਨਾਲ ਆਪਣੀ ਮਿਹਨਤ ਕਰੀਏ, ਰੋਜੀ ਰੋਟੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਠੀਕ ਹੈ ਕਿ ਨਹੀਂ? ਪਰਿਵਾਰ 'ਚ ਸੌਖੇ ਰਵਾਂਗੇ ਅਸੀਂ। ਵੀਰ ਜੀ ਪੈਕਿੰਗ ਕਰ ਰਹੇ ਨੇ। ਅੱਛਾ ਵੀਰ ਜੀ, ਮੈਨੂੰ ਦੱਸਿਓ, ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਨਗੇ ਵੀ ਇਹ ਖਰੇ ਉਧਰੋਂ ਬਣ ਕੇ ਡੱਬਿਆਂ 'ਚੋਂ ਬਣ ਕੇ ਇੱਥੇ ਆ ਕੇ ਤੇ ਪੈਕ ਕਰ ਦਿੰਦੇ, ਸੈਂਪਲਿੰਗ ਵਗੈਰਾ ਕਰਦੇ ਹੋ ਪੂਰੀ ਲੈਬ? ਪੂਰੀ ਜੀ, ਲੈਬ 'ਚ ਪੂਰੀ ਸੈਂਪਲਿੰਗ ਹੋ ਗਈ, ਪੀਐਚ ਵੈਲਿਊ ਟੈਸਟ ਕਰਕੇ ਉਹ ਤੋਂ ਬਾਅਦ ਫਿਲਿੰਗ ਹੁੰਦੀ ਹੈ। ਹਾਂਜੀ। ਅੱਛਾ ਭਾਈ ਜੀ, ਫਿਰ ਰੇਟ ਕੌਣ ਤੈਅ ਕਰਦਾ ਹੁੰਦਾ ਇਸ ਸਾਰੇ ਚੀਜ਼ ਦਾ? ਇਹ ਕੋਈ ਮੀਟਿੰਗ ਆਪਸ ਦੇ ਵਿੱਚ ਹੁੰਦੀ ਹੈ? ਸ਼ਾਇਦ ਦਿਖਾਉਣ ਲੱਗੀ। ਸਰ ਮੈਂ ਤੁਹਾਨੂੰ ਇੱਕ ਐਲੋਵੇਰਾ ਜੂਸ ਜਾਂ ਕਰੇਲੇ ਦਾ ਜੂਸ ਦਿਖਾਉਣਾ ਚਾਹੁੰਦੀ ਹਾਂ। ਲੋਕੀ ਕਹਿੰਦੇ ਆ ਨਾ, ਜੇ ਆਪਾਂ ਮਾਰਕੀਟ 'ਚ ਜੂਸ ਲੈਂਦੇ ਆ, ਉਹਦੀ ਸੈਂਸ ਦੀ ਪਹਿਚਾਣ ਹੁੰਦੀ ਹੈ, ਸੈਂਸ ਕਦੇ ਬੈਠਦਾ ਨਹੀਂ ਹੈ। ਆਹ ਦੇਖੋ ਜੀ, ਦਾ ਪਲਪ ਨੀਚੇ ਬੈਠਿਆ ਹੋਇਆ ਹੈ, ਇੱਥੋਂ ਪੂਰੀ ਪਹਿਚਾਣ ਹੈ ਜੀ ਇਹਦੀ ਕਿ ਇਹ ਬਿਲਕੁਲ ਜਿਸ ਚੀਜ਼ ਦਾ ਪਲਪ ਨੀਚੇ ਬੈਠੂਗਾ, ਪਲਪ ਹਮੇਸ਼ਾ ਹੀ ਨੀਚੇ ਬੈਠਦਾ ਹੈ। ਹਾਂਜੀ, ਇੱਥੋਂ ਤੁਸੀਂ ਕੁਆਲਿਟੀ ਦੀ ਪਹਿਚਾਣ ਕਰ ਸਕਦੇ ਆ। ਇਹ ਹੈਗਾ ਕਰੇਲੇ ਦਾ ਜੂਸ। ਅੱਛਾ, ਥੋੜਾ ਜਿਹਾ ਮੈਨੂੰ ਦੱਸ ਦਿਓ, ਜਿਵੇਂ ਤੁਸੀਂ ਇੱਧਰ ਹੀ ਆ ਜਾਓ, ਵੀ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ ਸਾਰੀਆਂ ਆਯੁਰਵੈਦਿਕ ਹੀ ਚੀਜ਼ਾਂ ਨੇ, ਜਿਵੇਂ ਆਪਾਂ ਬਹੁਤ ਸਾਰੀਆਂ ਚੀਜ਼ਾਂ, ਗਲੋ ਦੀ ਵੀ ਤੁਸੀਂ ਗੱਲ ਕਰ ਰਹੇ ਸੀਗੇ, ਗਲੋ ਵੀ ਹੈਗੀ ਆ। ਬਿਮਾਰ ਅੱਜ ਕੱਲ੍ਹ ਸਾਰਿਆਂ ਨੂੰ ਬੜਾ ਬੁਖਾਰ ਵੀ ਚੜ੍ਹਦਾ, ਤਾਂ ਕਹਿੰਦੇ ਨੇ ਗਲੋ ਉਹਦਾ ਜਿਹੜਾ ਪਾਣੀ ਉਬਾਲ ਕੇ ਪੀ ਲਓ ਤਾਂ ਸਿਹਤ ਨੂੰ ਹੋ ਜਾਂਦਾ ਹੈ ਨਾ। ਕੋਈ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਚੀਜ਼ ਲੋਕ ਕਈ ਵਾਰ ਬਿਮਾਰੀਆਂ ਦੇ ਵਾਸਤੇ ਵੀ ਲੈਣ, ਸਪੈਸ਼ਲ ਤੌਰ ਦੇ ਉੱਤੇ ਲੈਣ ਆਉਂਦੇ? ਅੱਜ ਕੱਲ ਕੋਵਿਡ ਦਾ ਸਮਾਂ ਚੱਲ ਰਿਹਾ ਹੈ, ਸਭ ਤੋਂ ਵੱਡਾ ਸਰ ਇਹ ਹੈ ਕਿ ਆਮਲਾ ਜਿਹੜਾ ਕਿ ਇਮਿਊਨਿਟੀ ਬੂਸਟ ਹੈ, ਔਰ ਗਲੋਏ। ਹੁਣ ਜਿੱਦਾਂ ਬੁਖਾਰ ਚੜਦਾ ਹੈ, ਉਹਦੇ ਕੀ ਹੈ, ਸੈਲਸ ਘਟ ਜਾਂਦੇ ਆ, ਉਹਦੇ ਵਾਸਤੇ ਅਸੀਂ ਗਲੋ ਦਾ ਜੂਸ ਤਿਆਰ ਕੀਤਾ ਹੈ। ਉਹਦੇ ਵਾਸਤੇ ਅਸੀਂ ਆਮਲਾ ਤਿਆਰ ਕੀਤਾ ਹੈ। ਸਾਡੀਆਂ ਜਿਹੜੀਆਂ ਮੇਨ ਹੈਗੀਆਂ, ਜਿੱਦਾਂ ਆਮਲੇ ਦਾ ਜੂਸ ਹੋ ਗਿਆ, ਐਲੋਵੀਰਾ ਦਾ, ਜਿੱਦਾਂ ਇਨਫੈਕਸ਼ਨ ਹੋ ਰਹੀ ਹੈ ਅੰਦਰ, ਉਹਦੇ ਲਈ ਐਲੋਵੀਰਾ ਦਾ ਜੂਸ, ਔਰ ਆਮਲਾ ਤਾਂ ਮੋਸਟ ਇੰਪੋਰਟੈਂਟ ਹੈ ਜੀ ਇਸ ਸਮੇਂ। ਇਹ ਅਸੀਂ 3-4 ਚੀਜ਼ਾਂ, ਜਿੱਦਾਂ ਕਿ ਹਰੜ ਵੇੜਾ ਆਮਲਾ, ਪੇਟ ਦੀ ਡਾਈਜੈਸ਼ਨ, ਹਰੜ ਸਭ ਤੋਂ
ਬੈਸਟ ਚੀਜ਼ ਹੈ ਸਰ ਇਸ ਲਈ। ਅੱਛਾ ਜੀ। ਹਾਂਜੀ ਇਹ ਲੋਕ ਫਿਰ ਸਪੈਸ਼ਲ ਇਸੇ ਕਰਕੇ ਵੀ ਡਿਮਾਂਡ ਕਰਦੇ ਬਿਲਕੁਲ ਸਰ, ਸਾਡੀ ਹੈ ਹੀ ਸਭ ਤੋਂ ਜ਼ਿਆਦਾ ਇਸ ਚੀਜ਼ ਦੀ ਡਿਮਾਂਡ ਹੈ। ਚੰਡੀਗੜ੍ਹ 'ਚ ਹੀ ਸਾਡੀਆਂ 11 ਬ੍ਰਾਂਚਿਸ ਹੈ। ਅੱਛਾ ਜੀ। ਹਾਂਜੀ ਐਟ ਪ੍ਰੈਜ਼ੈਂਟ ਇਹ ਬੜੀ ਵੱਡੀ ਗੱਲ ਹੈ। ਪੰਜਾਬ ਦੀ ਹੱਦ ਦੇ ਉੱਤੇ ਇਹ ਪਿੰਡ ਪੈਂਦਾ ਹੈ ਵੀ ਮੈਨੂੰ ਲੱਗਦਾ ਮੈਂ 10 ਤੋਂ 15 ਘਰ ਹੋਣਗੇ ਇਸ ਪਿੰਡ ਦੇ ਵਿੱਚ। ਰਾਮਗੜ੍ਹ ਸਿਕਰੀ ਕੋਈ ਜ਼ਿਆਦਾ ਆਬਾਦੀ ਨਹੀਂ ਹੈ ਔਰ ਚੰਡੀਗੜ੍ਹ ਵਾਲੇ ਵੀ ਇੱਥੋਂ ਦਾ ਬਣਿਆ ਅਚਾਰ ਵੀ ਖਾਂਦੇ ਨੇ, ਮੁਰੱਬੇ ਵੀ ਖਾਂਦੇ ਨੇ ਔਰ ਸਾਰਾ ਸਮਾਨ ਜਿਹੜਾ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਖਾਣ ਪੀਣ ਦੇ ਲਈ ਉਹ ਬੈਂਗਲੌਰ ਵਾਲੇ ਵੀ ਆਹ ਚੀਜ਼ ਯੂਜ਼ ਕਰ ਰਹੇ ਨੇ ਜੀ। ਸਾਡਾ ਹੁਣ ਇਜ਼ਰਾਈਲ ਵਾਲੇ ਸਪੈਸ਼ਲੀ ਉਹਨਾਂ ਨੇ ਕੈਂਡੀ ਚੰਡੀਗੜ੍ਹ ਟੇਸਟ ਕੀਤੀ ਸੀਗੀ। ਐਗਰੀਕਲਚਰ ਆਫੀਸਰ ਸੀਗੇ, ਉਹ ਵਿਜ਼ਿਟ ਤੇ ਆਏ ਹੋਏ ਸੀਗੇ ਉੱਥੇ ਚੰਡੀਗੜ੍ਹ। ਉਹਨਾਂ ਨੇ ਸਾਡਾ ਡੱਬਾ ਲੈ ਕੇ ਟੈਸਟ ਕੀਤਾ ਸੀਗਾ। ਉਹ ਕਹਿੰਦੇ ਕਿ ਅਸੀਂ ਉਹ ਯੂਨਿਟ ਵਿਜ਼ਿਟ ਕਰਨਾ ਚਾਹੁੰਦੇ ਆ। ਤੇ ਸਰ ਸਾਡੀ ਉਹਨਾਂ ਨੇ ਉੱਥੇ ਸਟੋਰੀ ਵੀ ਲਿਖੀ ਹੈ ਜਾ ਕੇ। ਹਾਂਜੀ ਇਜ਼ਰਾਈਲ 'ਚ ਸਾਡੀ ਬੁੱਕ ਛਪੀ ਹੈ, ਉੱਥੇ ਲਿਖੀ ਹੈ। ਬਾਕੀ ਉਹਨਾਂ ਨੇ ਸਾਡੀ ਉੱਥੇ ਵੀ ਕੁਆਲਿਟੀ ਟੈਸਟਿੰਗ ਕਰਵਾਈ ਹੈ ਤੇ ਉਹ ਸਾਨੂੰ ਕਹਿੰਦੇ ਕਿ ਤੁਸੀਂ ਇੰਪੋਰਟ ਐਕਸਪੋਰਟ ਦਾ ਕਰੋ, ਅਸੀਂ ਤੁਹਾਡਾ ਮਾਲ ਪਰਚੇਜ਼ ਕਰੂੰਗੇ ਇੱਥੇ। ਅੱਛਾ ਇਹ ਸਾਰਾ ਬਿਜ਼ਨਸ ਹੁਣ ਪੂਰਾ ਫੈਲੇਗਾ ਪਿੰਡ ਰਾਮਗੜ੍ਹ ਤੋਂ ਹੈ। ਅਸੀਂ ਕਹਿੰਦੇ ਆ ਕਿ ਦੇਖੋ ਜੀ ਜਦੋਂ ਅਸੀਂ ਆਹ ਅਚਾਰ ਬਣਾਉਂਦੇ ਆ ਨਾ ਜੀ, ਦੇਖੋ ਅਸੀਂ ਆ ਨਹੀਂ ਹੈ ਕਿ ਅਸੀਂ ਬਿਜ਼ਨਸ ਕਰਨਾ। ਅਸੀਂ ਦੇਖੋ ਜੇ ਮੇਰੇ ਫਾਦਰ ਸਾਹਿਬ ਕੋਈ ਚੀਜ਼ ਘਰ ਲਿਆਂਦੇ ਆ, ਇੱਕ ਪਰਿਵਾਰ ਲਿਆਂਦਾ, ਇੱਕ ਕੈਂਡੀਡੇਟ ਖਾਂਦੇ ਸਾਰੇ ਹੈ, ਅਸੀਂ ਉਹਨਾਂ ਨੂੰ ਉਹ ਚੀਜ਼ ਦੇਣੀ ਹੈ ਜਿਹਦੇ ਨਾਲ ਉਹਨਾਂ ਦੀ ਹੈਲਥ ਵਧੀਆ ਹੋਵੇ ਨਾ ਕਿ ਵਿਗੜੇ। ਅਸੀਂ ਇਸ ਚੀਜ਼ ਨੂੰ ਮੇਨ ਮੋਟਿਵ ਰੱਖ ਕੇ ਹੀ ਚਲੇ ਹੋਏ ਹਾਂ। ਮੁਨਾਫਾ ਕਮਾਉਣ ਵਾਲੇ ਫਿਰ ਤੰਗ ਤੇ ਨਹੀਂ ਹੈ ਬੀਬੀਆਂ ਦੇ ਗਰੁੱਪ ਤੋਂ? ਦੇਖੋ ਸਾਰੇ ਤੇ ਤੁਹਾਨੂੰ ਪਤਾ ਹੀ ਹੈ। ਬਾਕੀ ਹੈ ਕਹਿੰਦੇ ਨਾ ਜੀ ਸਿਹਤ ਹੈ, ਜ਼ਿੰਦਗੀ ਹੈ, ਤਾਂ ਹੀ ਸਾਰਾ ਕੁਝ ਹੈ। ਅਸੀਂ ਪੈਸਾ ਵੀ ਤਾਂ ਹੀ ਕਮਾਵਾਂਗੇ ਜੇ ਅਗਲੇ ਬੰਦੇ ਠੀਕ ਹੋਣਗੇ। ਜੇ ਤੁਹਾਨੂੰ ਸਾਡੀ ਚੀਜ਼ ਟੇਸਟੀ ਲੱਗੇਗੀ ਤਾਂ ਹੀ ਤੁਸੀਂ ਦੁਬਾਰਾ ਸਾਡੇ ਕੋਲ ਆਉਂਗੇ। ਫਿਰ ਹਿਸਾਬ ਕਿਤਾਬ ਮਹੀਨੇ ਬਾਅਦ ਕਰਦੇ ਹੋ ਜਿੱਦਣ ਫਿਰ ਸੈਲਰੀਆਂ ਸਾਰਿਆਂ ਨੇ ਵੰਡਣੇ ਆਪਸ 'ਚ ਮੁਨਾਫਾ? ਹਾਂਜੀ ਸਰ ਮਹੀਨੇ ਬਾਅਦ ਜਿਹਨੂੰ ਜ਼ਰੂਰਤ ਐਟ ਪ੍ਰੈਜ਼ੈਂਟ ਪੈਂਦੀ ਹੈ। ਜੇ ਕਿਸੇ ਨੇ ਡੇਲੀ ਲੈਣਾ ਹੈ ਤੇ ਡੇਲੀ ਵੀ ਲੈ ਸਕਦਾ ਹੈ, ਹਫਤੇ ਬਾਅਦ ਕਰਨਾ ਹੈ ਹਫਤੇ ਬਾਅਦ ਵੀ ਲੈ ਸਕਦਾ। ਦੇਖੋ ਜੀ ਜਿਹਦੇ ਪੈਸੇ ਹੈ, ਜਿਹਨੇ ਕਮਾਏ, ਜਿਸ ਵੇਲੇ ਮਰਜ਼ੀ ਲੈ ਸਕਦੇ ਆ। ਸਾਡੇ ਕੋਲ ਆ ਨਹੀਂ ਹੈ ਕਿ ਮਹੀਨੇ ਬਾਅਦ ਹੀ ਮਿਲਣਾ। ਜੇ ਬੰਦੇ ਨੂੰ ਅੱਜ ਜ਼ਰੂਰਤ ਹੈ ਉਹ ਅੱਜ ਵੀ ਲੈ ਸਕਦਾ ਹੈ। ਤਾਂ ਫਿਰ ਜਿਹੜੇ ਹੁਣ ਪਰਿਵਾਰਾਂ ਦੇ ਨਾਲ ਇਹ ਸਾਰੇ ਪਰਿਵਾਰ ਇਸ ਚੀਜ਼ ਦੇ ਨਾਲ ਜੁੜ ਗਏ ਨੇ, ਸੁਭਾਵਿਕ ਤੌਰ ਦੇ ਉੱਤੇ ਆਰਥਿਕ ਤੰਗੀ ਤਾਂ ਕੱਟੀ ਗਈ ਹੋਊਗੀ, ਇੱਕ ਜ਼ਿੰਦਗੀ ਜਿਉਣ ਦੀ ਜਿਹੜੀ ਇੱਛਾ ਜਾਂ ਆਪਾਂ ਕਹਿ ਲਈਏ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਦੀ ਇੱਛਾ ਵੀ ਤਾਂ ਜਾਗਦੀ ਲੋਕਾਂ ਦੀ। ਬਿਲਕੁਲ ਸਰ, ਹੁਣ ਸਾਡੇ ਕਈ ਲੋਕੀ ਸੀਗੇ ਉਹ ਇੰਨੇ ਹਾਲਾਤ ਉਹਨਾਂ ਦੇ ਪਿੰਡਾਂ ਵਿੱਚ ਮਾੜੇ ਹੈਗੇ ਕਿ ਉਹ ਬਾਹਰ ਕਮਾਉਣ ਨਹੀਂ ਜਾ ਸਕਦੇ ਤੇ ਉਹਨਾਂ ਦਾ ਕੀ ਹੈ ਇੱਕ ਰੁੱਖ ਹੀ ਸਹਾਰਾ ਸੀਗੇ ਤੇ ਉਹਨਾਂ ਰੁੱਖਾਂ ਨੂੰ ਉਹ ਕੀ ਸੀਗਾ ਠੇਕੇਦਾਰ ਪਰਚੇਜ਼ ਕਰ ਲੈਂਦੇ ਸੀਗੇ ਤੇ ਉਹਨਾਂ ਕੋਲ ਕੁਝ ਨਹੀਂ ਬਚਦਾ ਸੀਗਾ। ਉਹਨਾਂ ਦੇ ਹੱਥ ਉਹੀ 50-100 ਰੁਪਇਆ ਲੱਗਦਾ ਸੀਗਾ। ਅੱਜ ਆਹ ਦਿਨ ਹੈ ਕਿ ਦੇਖੋ ਉਹ ਹੀ ਲੋਕਾਂ ਨੇ ਠੇਕੇਦਾਰਾਂ ਨੂੰ ਰੁੱਖ ਵੇਚਣੇ ਬੰਦ ਕਰ ਦਿੱਤੇ ਹੈ ਤੇ ਉਹ ਖੁਦ ਤੜਾਈ ਕਰਕੇ ਸਾਡੇ ਕੋਲ ਲਿਆਂਦੇ ਹੈ। ਅਸੀਂ ਕਦੇ ਕਿਸੇ ਨੂੰ ਆ ਨਹੀਂ ਕਹਿੰਦੇ ਕਿ ਤੁਸੀਂ ਕੁਆਂਟਲਾਂ ਦੇ ਹਿਸਾਬ ਲਿਆਓ। ਜਿਹੜਾ ਕਿਲੋ ਵਾਲਾ ਅਸੀਂ ਉਹਨੂੰ ਪਹਿਲਾਂ ਪ੍ਰੈਫਰ ਕਰੀਦਾ, ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ। ਅਚਾਰ ਦੀ ਤਾਂ ਟ੍ਰੇਨਿੰਗ ਸੀਗੀ, ਬਾਕੀ ਫਿਰ ਟ੍ਰੇਨਿੰਗ ਕਿਵੇਂ ਲਈ? ਸਾਰੀਆਂ ਬੀਬੀਆਂ ਨੂੰ ਪੂਰਾ ਤਿਆਰ ਵੀ ਦੱਸਣਾ ਵੀ ਪੈਕਿੰਗ ਵੀ ਇਸ ਤਰੀਕੇ ਨਾਲ ਕਰਨੀ ਹੈ, ਟ੍ਰੇਨਿੰਗ ਫਿਰ ਕਿਵੇਂ ਚੱਲੀ? ਦੇਖੋ ਸਰ ਕਹਿੰਦੇ ਨਾ ਜੀ ਘਰ 'ਚ ਇੱਕ ਬੰਦਾ ਐਕਸਪਰਟ ਹੈ ਨਾ ਜੀ, ਉਹ ਸਾਰਿਆਂ ਨੂੰ ਐਕਸਪਰਟ ਕਰ ਦਿੰਦਾ ਹੈ। ਇਦਾਂ ਹੀ ਅਸੀਂ ਆ ਨਹੀਂ ਹੈ ਕਿ ਮੈਂ ਹੀ ਇਕੱਲੀ ਨੇ ਸਿੱਖਣਾ ਹੈ। ਆਹ ਚੀਜ਼ ਹੀ ਇਦਾਂ ਦੀ ਹੈ ਕਿ ਸਾਰਿਆਂ ਨੂੰ ਹੀ ਸਿਖਾਉਣਾ ਹੈ। ਸਾਡੇ ਕੋਲ ਸਾਰਿਆਂ ਨੂੰ ਓਪਨ ਇਨਵੀਟੇਸ਼ਨ ਹੈ ਜੀ। ਜਿਹਨੇ ਕੋਈ ਸਾਡੇ ਕੋਲ ਟ੍ਰੇਨਿੰਗਸ ਆਉਂਦੀਆਂ ਸਰ ਬਾਹਰਲੀਆਂ, ਹੋਮ ਸਾਇੰਸ ਦੇ ਬੱਚੇ ਆਉਂਦੇ ਹੈ ਸਾਡੇ ਕੋਲ, ਕਈ ਵਾਰ ਇੱਥੇ ਟ੍ਰੇਨਿੰਗ ਕਰਨ ਆਉਂਦੇ ਹੈ। ਜਿੱਦਾਂ ਫੋਰੈਸਟ ਵਾਲੇ ਹੈ ਉਹਨਾਂ ਦੇ ਬੈਚ ਆਉਂਦੇ ਆ ਨਵੇਂ, ਉਹ ਵੀ ਟ੍ਰੇਨਿੰਗ ਕਰਨ ਆਉਂਦੇ ਆ। ਕਾਫੀ ਬੱਚੇ ਜਿਹੜੇ ਇੱਥੇ ਆਉਂਦੇ ਆ, ਕਈ ਸੈਲਫ ਹੈਲਪ ਗਰੁੱਪ ਹੈ ਜਿਹੜੇ ਨਵੇਂ ਸਟਾਰਟ ਹੁੰਦੇ ਆ। ਸਾਰਿਆਂ ਵਾਸਤੇ ਓਪਨ ਇਨਵੀਟੇਸ਼ਨ ਹੈ। ਪ੍ਰਧਾਨ ਜੀ ਸਰਕਾਰ ਵੱਲੋਂ ਮਦਦ ਮਿਲਦੀ ਕਦੀ ਕੋਈ? ਹਾਂਜੀ ਮਦਦ ਉਹਨਾਂ ਨੇ ਤਾਂ ਪਹਿਲਾਂ ਹੀ ਬਹੁਤ ਦੇ ਦਿੱਤੀ ਹੈ ਜੀ। ਹੁਣ ਤਾਂ ਸਾਡੀ ਇਹ ਹੈਗੀ ਹੈ ਕਿ ਅਸੀਂ ਇਸ ਕੰਮ ਨੂੰ ਬੁਲੰਦੀਆਂ ਤੇ ਪਹੁੰਚਾਈਏ ਤੇ ਕਾਮਯਾਬੀ ਜਿਹੜੀਆਂ ਔਰਤਾਂ ਨੇ ਉਹੀ ਸਾਰਾ ਕਾਰੋਬਾਰ ਸੰਭਾਲਦੀਆਂ। ਉਹਨਾਂ ਔਰਤਾਂ ਨੂੰ ਮੇਰੇ ਵੱਲੋਂ ਬੜਾ ਹੀ ਧੰਨਵਾਦ ਹੈ ਜਿਹੜਾ ਕਿ ਇਹ ਕਾਰੋਬਾਰ ਸਭ ਸੰਭਾਲ। ਜਦੋਂ ਅਵਾਰਡ ਮਿਲਿਆ ਫਿਰ ਉਦੋਂ ਪਿੰਡ ਵਾਲੇ ਫਿਰ ਜਿਹੜੇ ਥੋੜੇ ਬਹੁਤ ਗੱਲਾਂ ਕਰਦੇ ਸੀ ਉਹਨਾਂ ਦਾ ਫਿਰ ਰੁਖ ਕਿੱਦਾਂ ਦਾ? ਉਹਨਾਂ ਦਾ ਵੀ ਅੱਛਾ ਹੀ ਸੀ ਜੀ। ਕਹਿੰਦੇ ਹੁੰਦੇ ਕਿਸੇ ਨੂੰ ਮਾੜਾ ਨਹੀਂ ਕਹਿਣਾ, ਆਪਣਾ ਕੰਮ ਹੈ ਕਿ ਮਿਹਨਤ ਕਰੋ ਤੇ ਅੱਗੇ ਵਧੋ। ਹਾਂਜੀ ਸਰ ਸਿਖਾਉਂਦੇ ਹੀ ਉਹੀ ਹੈ ਜੀ। ਜੇ ਪ੍ਰੋਬਲਮ ਨਾ ਆਵੇ ਤੇ ਬੰਦਾ ਜ਼ਿੰਦਗੀ 'ਚ ਸਿੱਖ ਹੀ ਨਹੀਂ ਸਕਦਾ। ਫਿਰ ਤੇ ਅਸੀਂ ਉਸੇ ਰੂਟੀਨ 'ਚ ਚੱਲਦੇ ਰਹੀਏ। ਅਗਰ ਸਾਨੂੰ ਕੋਈ ਪ੍ਰੋਬਲਮ ਆਈ ਹੈ, ਅਸੀਂ ਸਿੱਖਿਆ ਅਸੀਂ ਉਸ ਚੀਜ਼ 'ਚ ਵੀ ਐਕਸਪਰਟ ਹੋਏ ਹਾਂ। ਇੱਕ ਦੇ ਨਾਲ ਅਸੀਂ ਮਲਟੀਪਰਪਸ ਹੋ ਗਏ। ਇੱਕ ਤੁਹਾਡੀ ਸਪੈਸ਼ਲ ਕਹਿੰਦੇ ਆਵਲਾ ਕੈਂਡੀ ਹੈ, ਮੈਂ ਦਿਖਾਉਣਾ ਚਾਹੂੰਗਾ। ਇਹ ਆਵਲਾ ਕੈਂਡੀ ਹੈ, ਆਪਾਂ ਬੱਚਿਆਂ ਨੂੰ ਘਰਾਂ ਦੇ ਵਿੱਚ ਟੌਫੀਆਂ ਖਾਣ ਨੂੰ ਦਿੰਦੇ ਆ। ਮੈਨੂੰ ਲੱਗਦਾ ਉਹਦੇ ਨਾਲੋਂ ਇਹ 1000 ਨਹੀਂ 2000 ਗੁਣਾ ਚੰਗੀ ਹੋਊਗੀ। ਆਵਲਾ ਆਪਾਂ ਬੱਚੇ ਨੂੰ ਇੱਕ ਟੌਫੀ ਦੇ ਤੌਰ ਦੇ ਉੱਤੇ ਦੇ ਸਕਦੇ ਹਾਂ। ਘੱਟੋ ਘੱਟ ਦੰਦ ਤਾਂ ਬਚ ਜਾਣਗੇ, ਵੈਸੇ ਵੀ ਸਿਹਤ ਦੇ ਲਈ ਫਾਇਦੇਮੰਦ। ਬਿਲਕੁਲ ਸਰ, ਜਿਹੜੇ ਹੁਣ ਬਾਹਰ ਇੱਕ ਇਦਾਂ ਦੇ ਕੈਮੀਕਲ ਆ ਰਹੇ ਆ। ਦੰਦ ਦੇਖੋ ਸਾਡਾ ਸਰੀਰ ਦਾ ਕਿੰਨਾ ਮਜ਼ਬੂਤ ਪਾਰਟ ਹੈ, ਹਰੇਕ ਚੀਜ਼ ਨੂੰ ਕੱਟਦਾ ਹੈ। ਉਹ ਕੈਮੀਕਲ ਉਸ ਦੰਦ ਨੂੰ ਹੀ ਅੰਦਰ ਇੱਕ ਘੁਣ ਦੀ ਤਰ੍ਹਾਂ ਖਾ ਜਾਂਦਾ ਹੈ। ਦੇਖੋ ਇੱਕ ਆਮਲਾ ਜਿਹੜਾ ਹੈ ਕਹਿੰਦੇ ਅੱਖਾਂ ਵਾਸਤੇ, ਬਾਲਾਂ ਵਾਸਤੇ, ਸਿਹਤ ਵਾਸਤੇ, ਗਲੋ ਵਾਸਤੇ, ਹਰੇਕ ਚੀਜ਼ ਵਾਸਤੇ ਅੱਛਾ ਹੈ।
ਇਸ ਕਰਕੇ ਅਸੀਂ ਇਹਨੂੰ ਇੱਕ ਕੈਂਡੀ ਦੇ ਤੌਰ ਤੇ ਚਲੋ ਕਿ ਜਿਹੜੇ ਏਜਡ ਬੰਦੇ ਆ ਉਹ ਵੀ ਚੂਸ ਕੇ ਖਾ ਸਕਦੇ ਆ। ਇਹਦਾ ਅਸੀਂ ਜੂਸ ਵੀ ਬਣਾਇਆ, ਹਰੇਕ ਚੀਜ਼ ਅਸੀਂ ਮਲਟੀਪਰਪਸ ਕਰਕੇ ਬਣਾਈ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਏਜਡ ਬੰਦਾ ਯੂਜ਼ ਕਰ ਸਕੇ। ਚਲੋ ਆਪਾਂ ਇਹ ਸਾਰਾ ਦੇਖਿਆ, ਲੈਵਲਿੰਗ ਤੱਕ ਦੇਖ ਲਿਆ, ਪੈਕਿੰਗ ਪਿਛਲੀ ਪ੍ਰੋਸੈਸ ਵੀ ਦੇਖੀ, ਸਾਰੀਆਂ ਗੱਲਾਂ ਵੀ ਕੀਤੀਆਂ। ਫਿਰ ਮਾਰਕੀਟਿੰਗ ਕਿੱਦਾਂ ਸ਼ੁਰੂ ਕੀਤੀ ਸੀਗੀ? ਹੁਣ ਮਹਿਲਾਵਾਂ ਦੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਏਰੀਆ ਹੈ, ਇਹ ਰਿਮੋਟ ਏਰੀਆ ਆਪਾਂ ਕਹਿ ਸਕਦੇ ਹਾਂ, ਕੰਢੀ ਖੇਤਰ ਹੈ ਇਹ ਸਾਡੇ ਪੰਜਾਬ ਦਾ ਔਰ ਬਿਲਕੁਲ ਹਿਮਾਚਲ ਦੇ ਨਾਲ ਲੱਗਦਾ। ਜਿੱਥੇ ਤੱਕ ਮੈਨੂੰ ਯਾਦ ਹੈ ਵੀ ਇੱਥੋਂ ਦੀਆਂ ਮਹਿਲਾਵਾਂ ਜਾਂ ਇੱਕ ਸਮਾਜਿਕ ਤੌਰ 'ਤੇ ਦੇਖਿਆ ਜਾਵੇ ਤਾਂ ਜ਼ਿਆਦਾ ਘਰੋਂ ਬਾਹਰ ਨਹੀਂ ਜਾਂਦੀਆਂ ਜਾਂ ਘਰਾਂ ਦੇ ਘਰੇਲੂ ਕੰਮਾਂ ਦੇ ਵਿੱਚ ਵਿਅਸਤ ਰਹਿੰਦੀਆਂ ਨੇ ਜ਼ਿਆਦਾ। ਹਾਲਾਂਕਿ ਜਿਵੇਂ ਤੁਸੀਂ ਪੜ੍ਹੇ ਹੋ, ਡਬਲ MA ਕੀਤੀ ਆ, ਹੋਰ ਵੀ ਡਿਗਰੀ ਸਕੀ ਨਾਲ ਕੀਤੀਆਂ ਅਤੇ ਕਾਮਯਾਬੀ ਹਾਸਲ ਕੀਤੀ ਹੈ, ਦਿੱਲੀ ਤੱਕ ਜਿਹੜੇ ਆ ਐਗਜ਼ੀਬਿਸ਼ਨਸ ਦੇ ਵਿੱਚ ਵੀ ਜਾ ਕੇ ਆਏ ਹੋ। ਮੇਰਾ ਸਵਾਲ ਨਹੀਂ ਹੈ ਕਿਸੇ ਦੇ ਉੱਤੇ ਵੀ ਇੱਦਾਂ ਦਾ ਵੀ ਤੁਸੀਂ ਧੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ ਜਾਂ ਇੱਦਾਂ ਦਾ ਕੋਈ ਸਵਾਲ ਨਹੀਂ। ਮੇਰਾ ਸਵਾਲ ਇਹ ਹੈ, ਮਾਰਕੀਟਿੰਗ ਫਿਰ ਕਿਵੇਂ ਸ਼ੁਰੂ ਕੀਤੀ ਸੀ ਇਸ ਬਿਜ਼ਨਸ ਦੀ? ਤਿਆਰ ਤਾਂ ਕਰ ਲਿਆ ਮਾਲ, ਅੱਗੇ ਵੇਚਣਾ ਕਿਵੇਂ ਸੀਗਾ? ਸਰ ਕਹਿੰਦੇ ਨਾ ਜਿੱਥੇ ਚਾਹ ਉੱਥੇ ਰਾਹ। ਕਹਿੰਦੇ ਨਾ ਜਿਸ ਵੇਲੇ ਅਸੀਂ ਮਾਲ ਤੇ ਤਿਆਰ ਕੀਤਾ, ਸਾਨੂੰ ਆਹ ਪਤਾ ਨਾ ਲੱਗੇ, ਤੁਹਾਡਾ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਬਾਹਰ ਕਿੱਦਾਂ ਜਾਈਏ, ਮਾਲ ਕਿੱਦਾਂ ਸੇਲ ਕਰੀਏ, ਕਿਉਂਕਿ ਸਾਡੇ 'ਚ ਉਸ ਸਮੇਂ ਇੰਨੀ ਕਪੈਸਿਟੀ ਨਹੀਂ ਸੀਗੀ ਕਿ ਅਸੀਂ MBA ਹੋਲਡਰ ਕੋਈ ਮਾਰਕੀਟਿੰਗ ਐਕਸਪਰਟ ਰੱਖ ਸਕੀਏ। ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦੀ ਹਾਂ ਕਿ ਅੱਜ ਦਿਨ ਤੱਕ ਅਸੀਂ ਕੋਈ ਮਾਰਕੀਟਿੰਗ ਐਕਸਪਰਟ ਨਹੀਂ ਰੱਖਿਆ ਹੋਇਆ। ਸਾਡੀਆਂ ਆਪਣੀਆਂ ਖੁਦ ਹੀ ਮੈਂਬਰ ਜਿਹੜੇ ਨੇ ਉਹ ਮਾਰਕੀਟ ਐਕਸਪਰਟ ਹੈ। ਹੁਣ ਦੇਖੋ ਜੀ, ਅਸੀਂ ਹੌਲੀ ਹੌਲੀ ਕਿਸਾਨ ਮੇਲੇ ਲਾਣੇ ਸ਼ੁਰੂ ਕੀਤੇ, ਐਗਜ਼ੀਬਿਸ਼ਨਾਂ ਲਾਣੀਆਂ ਸ਼ੁਰੂ ਕੀਤੀਆਂ, ਜਿੱਥੋਂ ਸਾਨੂੰ ਰਿਸਪੌਂਸ ਆਉਣਾ ਸ਼ੁਰੂ ਹੋਇਆ। ਅੱਜ ਟਿਲ ਡੇਟ ਇਹ ਹੈ ਕਿ ਸਾਡੇ ਕੋਲ ਲੋਕ ਖੁਦ ਆਉਂਦੇ ਹੈ, ਖੁਦ ਟਰਾਈ ਕਰਦੇ ਹੈ ਤੇ ਖੁਦ ਸਾਡੀ ਡਿਸਟ੍ਰੀਬਿਊਟਰਸ਼ਿਪ ਮੰਗਦੇ ਹੈ। ਹਾਂਜੀ। ਤੇ ਫਿਰ ਜਦੋਂ ਤੁਸੀਂ ਦੱਸ ਰਹੇ ਸੀਗੇ ਵੀ ਪਹਿਲੀ ਵਾਰ ਸੈਮੀਨਾਰ ਦੇ ਉੱਤੇ ਪੈਸੇ ਬੜੇ ਵੱਟ ਲਏ ਸੀ, ਪਹਿਲੇ ਦਿਨ ਤਾਂ ਯਕੀਨ ਨਹੀਂ ਹੋਇਆ, ਮਾਲ ਵੀ ਮੁੱਕ ਗਿਆ। ਬਿਲਕੁਲ ਸਰ, ਪਹਿਲਾਂ ਅਸੀਂ ਕਦੇ ਫਸਟ ਟਾਈਮ ਐਗਜ਼ੀਬਿਸ਼ਨ ਲਗਾਉਣ ਗਏ ਸੀਗੇ, ਸਾਨੂੰ ਉੱਥੇ ਪਤਾ ਨਹੀਂ ਲੱਗਦਾ ਸੀਗਾ ਕਿ ਅਸੀਂ ਕੀ ਕਰੀਏ, ਕਿੱਦਾਂ ਮਾਲ। ਫਿਰ ਅਸੀਂ ਜਿਹੜੇ ਲਾਗੇ ਦੇ ਸੀਗੇ, ਕਹਿੰਦੇ ਨਾ ਅਕਲ ਵੀ ਜਿਹੜੀ ਨਕਲ ਹੈ ਉਹ ਵੀ ਅਕਲ ਨਾਲ ਹੀ ਵੱਜਦੀ ਹੈ। ਕਹਿੰਦੇ ਨਾ ਜੇ ਇੱਕ ਰੀਸ ਕਰੋ, ਜੈਲਸੀ ਨਾ ਕਰੋ। ਅਸੀਂ ਲਾਗੇ ਦਿਆਂ ਦੀ ਰੀਸ ਕਰਨੀ ਸ਼ੁਰੂ ਕਰਤੀ, ਉਹਨਾਂ ਨੂੰ ਦੇਖ ਦੇਖ ਕੇ ਕਿ ਕਿੱਦਾਂ ਅਸੀਂ ਉਹਨਾਂ ਨਾਲੋਂ ਕਈ ਗੁਣਾ ਜੀ। ਕਹਿੰਦੇ ਕਿ ਅਸੀਂ ਪਹਿਲੀ ਵਾਰ 70,000 ਰੁਪਇਆ ਵੱਟਿਆ, ਸਾਡੀ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ ਜੀ, ਔਰ ਪੂਰਾ ਮਾਲ ਵੇਚ ਕੇ ਆਏ ਸੀਗੇ, ਸਾਨੂੰ ਇੰਨੀ ਖੁਸ਼ੀ ਸੀਗੀ। ਚਲੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਔਰ ਤੁਹਾਡੀ ਇਸ ਮਿਹਨਤ ਨੂੰ ਸਲਾਮ ਵੀ ਕਰਦੇ ਹਾਂ ਵੀ ਤੁਸੀਂ ਸਾਰੀਆਂ ਮੇਰੀਆਂ ਮਾਵਾਂ, ਮੇਰੀਆਂ ਭੈਣਾਂ ਇਸ ਬਿਜ਼ਨਸ ਨੂੰ ਘਰਾਂ ਤੋਂ ਸ਼ੁਰੂ ਕਰਤਾ, ਆਪਣੇ ਘਰ ਦੇ ਕਮਰੇ ਤੋਂ ਸ਼ੁਰੂ ਕਰਕੇ ਅੱਜ ਇੱਕ ਵੱਡੀ ਫੈਕਟਰੀ ਲਗਾ ਦਿੱਤੀ ਹੈ। ਔਰ ਤੁਹਾਡਾ ਬਣਾਇਆ, ਹੱਥੀਂ ਬਣਾਇਆ ਇਹ ਅਚਾਰ, ਮੁਰੱਬਾ, ਜੂਸ, ਜਿਹੜੇ ਤੁਸੀਂ ਆਈਟਮਾਂ ਤਿਆਰ ਕਰਦੇ ਹੋ, ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੀ ਡਿਮਾਂਡ ਹੈ। ਔਰ ਮੈਂ ਇਹੀ ਆਸ ਕਰਦਾ ਤੁਹਾਡੀ ਮਿਹਨਤ ਬਦਸਤੂਰ ਜਾਰੀ ਰਹੇ ਔਰ ਕਾਮਯਾਬੀ ਤੁਹਾਡੇ ਖੁਦ ਆ ਕੇ ਕਦਮਾਂ ਦੇ ਵਿੱਚ ਡਿੱਗੇ। ਔਰ ਬਹੁਤ ਬਹੁਤ ਗੱਲਬਾਤ ਕਰਨ ਲਈ ਧੰਨਵਾਦ। ਇੱਕ ਵਾਰ ਫਿਰ ਤੁਹਾਨੂੰ ਸਾਰੀ ਟੀਮ ਨੂੰ ਸਲਾਮ ਹੈ, ਤੁਹਾਡੀ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ, ਵੀਰਾਂ ਨੂੰ, ਜਿੰਨੇ ਵੀ ਤੁਹਾਡੇ ਨਾਲ ਸਹਿਯੋਗ ਕਰਦੇ ਨੇ। ਤਾਂ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਇਹੀ ਸੀ ਵੀ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਇਹਨਾਂ ਮਹਿਲਾਵਾਂ ਦਾ ਇੱਕ ਵਾਰ ਇੰਟਰਵਿਊ ਵੀ ਦੇਖ ਲਓ ਔਰ ਇਹਨਾਂ ਦਾ ਇਹ ਬਿਜ਼ਨਸ ਵੀ ਦੇਖ ਲਿਓ, ਕਿਵੇਂ ਘਰ ਦੇ ਇੱਕ ਕਮਰੇ ਤੋਂ 20 ਰੁਪਏ ਦੇ ਨਾਲ ਇਹ ਅਚਾਰ ਦਾ, ਮੁਰੱਬੇ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਔਰ ਅੱਜ 30 ਲੱਖ ਰੁਪਏ ਟਰਨਓਵਰ ਹੈ। ਵੱਡੀ ਗੱਲ ਹੈ ਕਿ ਇੱਕ 10ਵੀਂ 'ਚ ਪੜ੍ਹਦੀ ਕੁੜੀ ਨੇ ਉਦੋਂ ਇੰਟਰਸਟ ਦਿਖਾਇਆ ਸੀਗਾ 20 ਰੁਪਏ ਸਿਰਫ ਸੇਵਿੰਗ ਦੇ ਵਾਸਤੇ। ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਮੇਟੀਆਂ ਪਾ ਲੈਣ ਤਾਂ 20 ਰੁਪਏ ਦੀ ਕਮੇਟੀ ਦੇ ਰੂਪ ਦੇ ਵਿੱਚ ਸ਼ੁਰੂ ਕੀਤਾ ਸੀਗਾ। 10 ਮਹਿਲਾਵਾਂ ਤੋਂ ਇਹ ਬਿਜ਼ਨਸ ਚੱਲਿਆ। ਅੱਜ 350 ਪਰਿਵਾਰ ਲਗਭਗ ਇਸ ਪੂਰੇ ਸੁਸਾਇਟੀ ਦੇ ਨਾਲ ਜੁੜਿਆ ਹੋਇਆ ਹੈ। ਵੱਡੀ ਗੱਲ ਹੈ ਕਿ ਕੁਆਲਿਟੀ ਇਸ ਤਰੀਕੇ ਦੀ ਤਿਆਰ ਕੀਤੀ ਜਾ ਰਹੀ ਹੈ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਤਾਂ ਉੱਥੇ ਹੀ ਕੁਆਲਿਟੀ ਦਾ ਜਦੋਂ ਚੈੱਕ ਕੀਤਾ ਗਿਆ ਤਾਂ ਨੈਸ਼ਨਲ ਅਵਾਰਡ ਵੀ ਇਸ ਸੁਸਾਇਟੀ ਨੂੰ, ਇਹਨਾਂ ਮਹਿਲਾਵਾਂ ਨੂੰ ਮਿਲ ਚੁੱਕਿਆ। ਔਰ 1 ਕਰੋੜ 58 ਲੱਖ ਰੁਪਏ ਕਹਿਣ ਨੂੰ ਹੁੰਦਾ ਹੈ, ਸ਼ਾਇਦ ਬਹੁਤ ਸਾਰੇ ਲੋਕ ਅਜੇ ਵੀ ਮੇਰੀ ਗੱਲ 'ਤੇ ਯਕੀਨ ਨਹੀਂ ਕਰਨਗੇ। 1 ਕਰੋੜ ਤੇ 58 ਲੱਖ ਦੀ ਜੇਤੂ ਇਨਾਮੀ ਰਾਸ਼ੀ ਦੀਆਂ ਇਹ ਮਹਿਲਾਵਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਵੱਖਰੀ ਮਿਹਨਤ ਕਰਨ ਦੀ ਮਿਸਾਲ ਕਾਇਮ ਕੀਤੀ ਹੈ। ਤੁਹਾਨੂੰ ਸਾਡੀ ਇਹ ਰਿਪੋਰਟ ਕਿੱਦਾਂ ਦੀ ਲੱਗੀ? ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ, ਆਪਣੀ ਰਾਏ ਦੇ ਸਕਦੇ ਹੋ। ਜੇਕਰ ਤੁਹਾਡੀ ਨਿਗਾਹ ਦੇ ਵਿੱਚ ਕੋਈ ਅਜਿਹੀ ਸਟੋਰੀ ਹੈ ਜਾਂ ਅਜਿਹੀ ਕੋਈ ਖਬਰ ਹੈ ਜੋ ਤੁਸੀਂ ਹਮਦਰਦ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ 98 782 83 334 98 782 83 334 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਉਸ ਸਟੋਰੀ ਨੂੰ ਸਮਝਣ ਤੋਂ ਬਾਅਦ ਦਰਸ਼ਕਾਂ ਤੱਕ ਪਹੁੰਚਾਈਏ ਔਰ ਇੱਕ ਨਵੇਂ ਐਪੀਸੋਡ ਦੇ ਨਾਲ ਫਿਰ ਮਿਲਾਂਗੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਤਲਵਾੜਾ।